ਰਾਤੀ ਹਰ ਜੀਉ ਆਪ ਮਿਲਾਏ। ਸਤਨਾਮ ਤਾਂ ਮਿਲੀਐ ਹਰ ਮੇਲੇ ਜੀਉ ਹਰ ਬਿਨ ਕਮਨ ਮਿਲਾਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਬੰਦ ਬੰਦ ਰਾਮਦਾਸ ਅਰਜਨ ਗੁਰੂ ਬਾਰੇ ਸ੍ਰੀ ਹਰਿ ਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਗਨ ਬਿਨਾਸ਼ਨ ਸੋਏ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਗਨ ਬਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੁਨ ਗੁਰ ਕਹਿਓ ਨਾ ਇਮ ਬਨ ਆਵੈ। ਜਥਾ ਕਰਮ ਕਰ ਤਥਾ ਸੋ ਪਾਵੈ। ਸੁਨ ਗੁਰ ਕਹਿਓ ਨਾ ਇਮ ਬਨ ਆਵੈ। ਵਾਲੀਏ ਕੁਲ ਆਲਮ ਦਸਾਂ ਹੀ ਪਾਤਸ਼ਾਹੀਓਂ ਕੇ ਆਤਮਿਕ ਜੋਤ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਜੀ ਦੀ ਪਾਵਨ ਔਰ ਪਵਿੱਤਰ ਹਜ਼ੂਰੀ ਵਿੱਚ ਜੁੜ ਮਿਲ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਆਓ ਸਭ ਤੋਂ ਪਹਿਲਾਂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਖਸ਼ਿਸ਼ ਕੀਤੀ ਹੋਈ ਗੁਰਫਤਿਹ ਦੀ ਸਾਂਝ ਪਾਈਏ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰ ਸੰਗਤ ਜੀ ਵੱਡਿਆਂ ਭਾਗਾਂ ਵਾਲੇ ਹਾਂ। ਪਾਵਨ ਅਸਥਾਨਾਂ ਦੇ ਉੱਪਰ ਹਾਜ਼ਰੀ ਲਵਾ ਰਹੇ ਹਾਂ। ਦਿਨ ਦੇ ਪਿਛਲੇ ਪਹਿਰ ਦੇ ਸੁੰਦਰ ਦੀਵਾਨ ਸੱਜੇ ਹਨ ਔਰ ਸੱਜੇ ਹੋਏ ਦੀਵਾਨਾਂ ਦੇ ਵਿੱਚ ਕਥਾ ਵਿਚਾਰ ਦਾ ਸਮਾਂ ਹੋਇਆ ਹੈ। ਸੋ ਆਓ ਮਨ ਬਿਰਤਿਆਂ ਨੂੰ ਇਕਾਗਰ ਕਰੀਏ ਤੇ ਕਥਾ ਵਿਚਾਰ ਸਰਵਣ ਕਰਕੇ ਆਪਣਾ ਜੋ ਜੀਵਨ ਹੈ ਉਹਨੂੰ ਸਫਲਾ ਬਣਾਉਣਾ ਕਰੀਏ।
ਸੋ ਆਓ ਗੁਰ ਸੰਗਤ ਜੀਓ ਕਥਾ ਵਿਚਾਰ ਦੇ ਨਾਲ ਜੁੜ ਕਰਕੇ ਆਪਣਾ ਜੋ ਜੀਵਨ ਹੈ ਉਹ ਸਫਲਾ ਬਣਾਉਣਾ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੁਨ ਗੁਰ ਕਹਿਓ ਨ ਐਮ ਬਨ ਆਵੈ, ਜਥਾ ਕਰਮ ਕਰ ਤਥਾ ਸੋ ਪਾਵੈ। ਕੱਲ ਦੇ ਦੀਵਾਨਾਂ ਦੇ ਵਿੱਚ ਗੁਰ ਸੰਗਤ ਜੀ ਆਪ ਜੀਆਂ ਨੇ ਸਰਵਣ ਕੀਤਾ ਸੀ ਕਿ ਜਿਸ ਵੇਲੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉਸ ਸੁੰਦਰ ਬਾਗ ਦੇ ਵਿੱਚ ਸਜੇ ਹਨ ਅਤੇ ਸੰਗਤਾਂ ਨੂੰ ਨਿਹਾਲ ਕਰ ਰਹੇ ਹਨ, ਜਿੱਦਾਂ ਦੀ ਕੋਈ ਇੱਛਾ ਲੈ ਕੇ ਆਉਂਦਾ ਹੈ ਮਹਾਰਾਜ ਜੀ ਉਹਦੀ ਉਦਾਂ ਦੀ ਇੱਛਾ ਪੂਰੀ ਕਰਦੇ ਹਨ। ਆਗਰੇ ਦੀ ਪਾਵਨ ਧਰਤੀ ਦੇ ਉੱਪਰ ਮਹਾਰਾਜ ਜੀ ਹਨ। ਬਹਾਦਰ ਸ਼ਾਹ ਨੂੰ ਪਤਾ ਲੱਗਾ, ਦਰਸ਼ਨਾਂ ਵਾਸਤੇ ਆਇਆ ਮਹਾਰਾਜ ਜੀ ਦੇ। ਜੋ ਦਰਸ਼ਨ ਕਰਨ ਵਾਸਤੇ ਆਇਆ ਏ ਤੇ ਇੱਕ ਸਿੱਖ ਆ ਮਹਾਰਾਜ ਜੀ ਦਾ, ਜਿਹਦਾ ਨਾਮ ਇਤਿਹਾਸ ਦੇ ਵਿੱਚ ਜਵਾਹਰ ਸਿੰਘ ਆਉਂਦਾ ਏ ਤੇ ਉਹਨਾਂ ਦੀ ਜਿਹੜੀ ਸੁੰਦਰ ਤਨੁਜਾ ਸੀ, ਸੁੰਦਰ ਲੜਕੀ ਸੀ, ਉਹ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਆਈ ਸੀ। ਕੁਝ ਭੇਟਾਵਾਂ ਲੈ ਕਰਕੇ ਆਈ ਹੈ। ਬਹਾਦਰ ਸ਼ਾਹ ਜਿਹੜਾ ਹੈ ਉਸ ਸਿੱਖ ਦੀ ਲੜਕੀ ਵੱਲ ਤੱਕ ਕਰਕੇ ਤੇ ਲੁਭਾਏਮਾਨ ਹੋ ਗਿਆ। ਕਈ ਪ੍ਰਕਾਰ ਦੇ ਬਚਨ ਬਿਲਾਸ ਕਰਦਾ ਕਲਗੀਧਰ ਪਾਤਸ਼ਾਹ ਜੀ ਨਾਲ ਮਹਾਰਾਜ ਜੀਓ, ਸਾਡੇ ਰਾਜ ਦੇ ਵਿੱਚ ਇਦਾਂ ਹੁੰਦਾ ਏ, ਸਾਡੇ ਧਰਮ ਦੇ ਵਿੱਚ ਆਹ ਫਾਇਦਾ ਹੁੰਦਾ ਏ ਆਦਿ ਕਈ ਪ੍ਰਕਾਰ ਦੇ ਪ੍ਰਸ਼ਨ ਕਰਦਾ ਮਹਾਰਾਜ ਜੀ ਦੇ ਨਾਲ। ਅਖੀਰ ਫਿਰ ਮਹਾਰਾਜ ਜੀ ਨੂੰ ਕਹਿੰਦਾ, ਮਹਾਰਾਜ ਜੀ ਉਹ ਸਾਡੇ ਧਰਮ ਦੇ ਵਿੱਚ ਜਿਹੜਾ ਕਲਮਾ ਪੜ੍ਹਦਾ ਏ ਉਹ ਕਦੇ ਵਾਸਤੇ ਵੀ ਨਰਕਾਂ ਦੇ ਵਿੱਚ ਨਹੀਂ ਜਾਂਦਾ। ਜਿਹੜਾ ਕਲਮਾ ਪੜ੍ਹਦਾ ਏ ਬੂਝਣ ਲੱਗਿਓ ਹਮਾਰੇ ਮਤ ਮੈਂ, ਕਲਮਾ ਪੜ੍ਹਤ ਜੋ ਕਰ ਹਿਤ ਚਿਤ ਮੈਂ। ਜਿਹੜਾ ਚਿੱਤ ਦੇ ਵਿੱਚ ਪ੍ਰੇਮ ਨਾਲ ਕਲਮਾ ਪੜ੍ਹਦਾ ਏ ਮਹਾਰਾਜ, ਸੋ ਦੋਜਕ ਮੈਂ ਪਰਤ ਨਾ ਕੋਈ, ਦੋਜ਼ਖ ਦੇ ਵਿੱਚ ਨਹੀਂ ਜਾਂਦਾ, ਉਹ ਕਦੇ ਵੀ ਨਰਕਾਂ ਦੇ ਵਿੱਚ ਨਹੀਂ ਜਾਂਦਾ। ਇਦਾਂ ਬਹਾਦਰ ਸ਼ਾਹ ਕਹਿਣ ਲੱਗਾ, ਜਾਤ ਪਿਸਤ ਸੁਖ ਭੋਗੇ ਸੋਈ, ਸਵਰਗਾਂ ਦੇ ਵਿੱਚ ਜਾਂਦਾ ਏ ਜਾ ਕਰਕੇ ਤੇ ਸੁੱਖ ਨੂੰ ਭੋਗਣਾ ਕਰਦਾ ਏ, ਮੁਕਤ ਹੋ ਜਾਂਦਾ ਏ। ਸੋ ਇਦਾਂ ਕਈ ਪ੍ਰਕਾਰ ਦੇ ਬਚਨ ਬਿਲਾਸ ਜਿਹੜੇ ਉਹ ਕਰਦਾ ਬਹਾਦਰ ਸ਼ਾਹ। ਇਹਦਾ ਜਿਹੜਾ ਸ਼ੰਕਾ ਏ ਬਹਾਦਰ ਸ਼ਾਹ ਦਾ ਉਹ ਮਹਾਰਾਜ ਨਿਵਰਤ ਕਰਨਗੇ। ਸੋ ਆਓ ਕਿੱਦਾਂ ਇਹਦਾ ਬਹਾਦਰ ਸ਼ਾਹ ਦਾ ਸ਼ੰਕਾ ਨਿਵਰਤ ਕਰਦੇ ਆ। ਮਨ ਬਿਰਤਿਆਂ ਨੂੰ ਇਕਾਗਰ ਕਰੀਏ, ਕਥਾ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੁਨ ਗੁਰ ਕਹਿਓ ਨ ਐਮ ਬਨ ਆਵੈ। ਕਲਗੀਧਰ ਪਾਤਸ਼ਾਹ ਜੀ ਨੇ ਜਦੋਂ ਇਹਦੇ ਤੋਂ ਇਹ ਸੁਣਿਆ ਨਾ ਵੀ ਬਹਾਦਰ ਸ਼ਾਹ ਨੇ ਕਿਹਾ ਮਹਾਰਾਜ ਜਿਹੜਾ ਕਲਮਾ ਪੜ੍ਹਦਾ ਏ ਉਹ ਕਦੇ ਨਰਕਾਂ ਨੂੰ ਨਹੀਂ ਜਾਂਦਾ, ਤੇ ਕਲਗੀਧਰ ਪਾਤਸ਼ਾਹ ਜੀ ਨੇ ਇਹਦੇ ਕੋਲੋਂ ਸੁਣ ਕਰਕੇ ਤੇ ਮਹਾਰਾਜ ਜੀ ਨੇ ਉੱਤਰ ਦਿੱਤਾ ਵੀ ਇਹ ਬਹਾਦਰ ਸ਼ਾਹ ਏਦਾਂ ਨਹੀਂ ਬਣਦੀ ਹੁੰਦੀ ਗੱਲ ਕਦੇ। ਜਥਾ ਕਰਮ ਕਰ ਤਥਾ ਸੋ ਪਾਵੈ। ਮਹਾਰਾਜ ਕਹਿੰਦੇ ਬਹਾਦਰ ਸ਼ਾਹ ਜਦਾਂ ਦੇ ਬੰਦਾ ਕਰਮ ਕਰਦਾ ਏ ਨਾ ਤਥਾ ਸੋ ਪਾਵੈ, ਉਦਾਂ ਦਾ ਨੂੰ ਪ੍ਰਾਪਤ ਕਰਨਾ ਪੈਂਦਾ ਏ। ਜੇ ਕਿਸੇ ਦਾ ਮਾੜਾ ਕਰਾਂਗੇ ਤੇ ਬਹਾਦਰ ਸ਼ਾਹ ਸਾਡਾ ਵੀ ਮਾੜਾ ਹੋਵੇਗਾ, ਜੇ ਭਲਾ ਕਰਾਂਗੇ ਕਿਸੇ ਦਾ ਤੇ ਸਾਹਿਬ ਆਖਣ ਲੱਗੇ ਨੇ ਭਾਈ ਫਿਰ ਆਪਣਾ ਵੀ ਭਲਾ ਹੋਵੇਗਾ। ਜੇ ਮੁਖ ਦੇ ਵਿੱਚ ਕਲਮਾ ਪੜ੍ਹਦਾ ਏ, ਹਿਰਦੇ ਦੇ ਵਿੱਚ ਕਪਟ ਧਾਰ ਕਰਕੇ ਰੱਖਦਾ ਏ, ਕਿਸੇ ਦਾ ਮਾੜਾ ਤੱਕ ਰਿਹਾ ਏ, ਕਿਸੇ ਦਾ ਮਾੜਾ ਕਰ ਰਿਹਾ ਏ, ਤੇ ਮਹਾਰਾਜ ਕਹਿੰਦੇ ਭਾਈ ਉਹਦਾ ਬਹੁਤਾ ਫਾਇਦਾ ਨਹੀਂ ਹੁੰਦਾ। ਇਹ ਤਾਂ ਕਰਮਾਂ ਦੇ ਉੱਪਰ ਨਿਬੜਦੀ ਆ।
ਕਰਮਾਂ ਅਨੁਸਾਰ ਹੀ ਪਰਮੇਸ਼ਰ ਦੇ ਨੇੜੇ ਹੁੰਦਾ ਏ ਬੰਦਾ, ਤੇ ਕਰਮਾਂ ਅਨੁਸਾਰ ਹੀ ਦੂਰ ਹੁੰਦਾ। ਕਰਮੀ ਆਪੋ ਆਪਣੀ ਕੇ ਨੇੜੇ ਕਿ ਦੂਰ, ਕੋਈ ਨੇੜੇ ਹੋ ਜਾਂਦਾ ਏ ਤੇ ਕੋਈ ਦੂਰ ਚਲਿਆ ਜਾਂਦਾ। ਆਪੋ ਆਪਣੇ ਕਰਮਿਆਂ ਜਿੱਦਾਂ ਦੇ ਬੰਦਾ ਕਰਮ ਕਰਦਾ ਏ। ਕਰਮ ਮਹਾਰਾਜ ਕਹਿੰਦੇ ਇੱਕ ਖੇਤ ਵਰਗੇ ਨੇ, ਜਿਹਾ ਬੀਜੈ ਸੋ ਲੁਣੈ। ਕਰਮਾ ਸੰਦੜਾ ਖੇਤ ਉਹ ਸਾਹਿਬ ਆਖਣ ਲੱਗੇ ਨੇ ਵੀ ਆ ਜਿਹੜਾ ਸਰੀਰ ਆ ਨਾ ਤੇਰਾ, ਜਿਹੜੇ ਕਰਮ ਨੇ ਤੇਰੇ ਖੇਤ ਵਰਗੇ ਨੇ। ਇਸ ਕਰਮਾ ਰੂਪ ਖੇਤ ਦੇ ਵਿੱਚ, ਇਸ ਸਰੀਰ ਰੂਪ ਖੇਤ ਦੇ ਵਿੱਚ ਜਿੱਦਾਂ ਦਾ ਬੀਜੇਗਾ ਸਾਹਿਬ ਆਖਣ ਲੱਗੇ ਨੇ ਉਦਾਂ ਦਾ ਹੀ ਵੱਢਣਾ ਪਵੇਗਾ। ਜਿਹਾ ਬੀਜੈ ਸੋ ਲੁਣਾ, ਉਦਾਂ ਦਾ ਹੀ ਲੁਣਾ, ਉਦਾਂ ਦਾ ਹੀ ਪ੍ਰਾਪਤ ਕਰੇਗਾ। ਕਰਮਾ ਸੰਧੜਾ ਖੇਤ, ਆ ਖੇਤ ਆ ਕਰਮ ਤੇਰੇ। ਭੋਗੈ ਬਿਨ ਭਾਗੈ ਨਹੀਂ, ਕਰਮ ਗਤੀ ਬਲਵਾਨ। ਧਾਰਮਿਕ ਗ੍ਰੰਥਾਂ ਦੇ ਵਿੱਚ ਆਉਂਦਾ ਇਹ ਕਰਮਾਂ ਦੀ ਗਤੀ, ਕਰਮਾਂ ਦੀ ਚਾਲ ਬੜੀ ਬਲਵਾਨ ਆ। ਭੋਗੇ ਤੋਂ ਬਿਨਾ ਭੱਜ ਨਹੀਂ ਸਕਦੇ। ਜਿੱਦਾਂ ਦਾ ਕਰਮ ਕੀਤਾ ਏ ਸੱਜਣਾ, ਉਦਾਂ ਦਾ ਕਰਮ ਤੈਨੂੰ ਭੋਗਣਾ ਹੀ ਪਵੇਗਾ। ਤੇ ਫਿਰ ਜਦੋਂ ਕਰਮਾਂ ਦਾ ਹਿਸਾਬ ਕਿਤਾਬ ਹੁੰਦਾ, ਕੁਝ ਦੁੱਖ ਮਿਲਦਾ, ਫਿਰ ਦੂਜਿਆਂ ਤੇ ਮੜਦੇ ਆ ਨਾ, ਫਲਾਨਿਆਂ ਤੇਰੀ ਵਜ੍ਹਾ ਨਾਲ ਦੁੱਖ ਆ ਗਿਆ, ਟਮਕਾਨਿਆਂ ਤੇਰੇ ਕਰਕੇ ਦੁਖੀ ਹੋਏ ਆ। ਨਹੀਂ, ਮਹਾਰਾਜ ਕਹਿੰਦੇ ਨੇ ਦਦੈ ਦੋਸ ਨਾ ਦੇਊ ਕਿਸੇ, ਦੋਸ ਕਰਮਾਂ ਆਪਣਿਆਂ। ਕਿਸੇ ਨੂੰ ਦੋਸ਼ ਨਾ ਦਿਆ ਕਰ। ਦੋਸ ਕਰਮਾਂ ਆਪਣਿਆਂ, ਆਪਣੇ ਕਰਮਾਂ ਦਾ ਦੋਸ਼ ਹੈ ਭਾਈ ਤੇਰਾ। ਜਿੱਦਾਂ ਦਾ ਕੀਤਾ ਸੀ ਉਦਾਂ ਦਾ ਵੱਢ ਰਿਹਾ ਏ। ਦੋਸ ਕਰਮਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ। ਦੋਸ ਨਾ ਦੀਜੈ ਅਵਰ ਜਨਾ, ਹੋਰ ਜਨਾ ਹੋਰ ਮਨੁੱਖਾਂ ਨੂੰ ਦੋਸ਼ ਨਾ ਦਿਆ ਕਰ, ਉਹਨਾਂ ਦੇ ਸਿਰ ਤੇ ਨਾ ਮੜਿਆ ਕਰ। ਜੋ ਮੈਂ ਕੀਆ ਸੋ ਮੈਂ ਪਾਇਆ, ਜਿੱਦਾਂ ਦਾ ਮੈਂ ਕੀਤਾ ਸੀ ਉਦਾਂ ਦਾ ਮੈਂ ਪ੍ਰਾਪਤ, ਜਿੱਦਾਂ ਦਾ ਮੈਂ ਬੀਜਿਆ ਸੀ ਉਦਾਂ ਦਾ ਵੱਢਿਆ ਏ। ਜਿੱਦਾਂ ਦਾ ਕੰਮ ਕੀਤਾ ਸੀ ਉਦਾਂ ਦਾ ਹੀ ਅੱਜ ਪ੍ਰਾਪਤ ਕੀਤਾ ਏ। ਕਤੇਕ ਕਰਮ ਕਮਾਵਣੇ, ਕਤੇਕ ਦੇ ਮਹੀਨੇ ਦੁਆਰਾ ਵੀ ਮਹਾਰਾਜ ਵਰਮਾਨ ਕਰਦੇ ਵੀ ਜਿੱਦਾਂ ਦੇ ਕਰਮ ਕਮਾਓਗੇ ਉਦਾਂ ਦਾ ਹੀ ਫਲ ਮਿਲੇਗਾ। ਹੁਣ ਕਰਮ ਜਿਹੜੇ ਨੇ ਇੱਕ ਨਿਸ਼ਕਾਮ ਕਰਮ ਹੁੰਦੇ ਨੇ, ਇੱਕ ਸ਼ਕਾਮ ਕਰਮ ਹੁੰਦੇ ਨੇ। ਸ਼ਕਾਮ ਕਰਮ ਉਹ ਹੁੰਦੇ ਆ ਵੀ ਜਿਹਦੇ ਵਿੱਚ ਸਾਡੀ ਕੋਈ ਇੱਛਾ ਹੋਵੇ, ਜੇ ਸੇਵਾ ਕੀਤੀ ਤੇ ਆ ਮਹਾਰਾਜ ਮਿਲ ਜਾਵੇ, ਉਹ ਮਿਲ ਜਾਵੇ। ਤੇ ਨਿਸ਼ਕਾਮ ਉਹ ਹੁੰਦੇ ਆ ਵੀ ਸੇਵਾ ਕੀਤੀ, ਸਿਮਰਨ ਕੀਤਾ ਤੇ ਉਹਦਾ ਫਲ ਕੋਈ ਨਹੀਂ ਲਿਆ, ਉਹਦਾ ਫਲ ਕੋਈ ਨਹੀਂ ਮੰਗਿਆ, ਉਹਦੀ ਇੱਛਾ ਕੋਈ ਨਹੀਂ ਰੱਖੀ। ਜਿੱਦਾਂ ਸਾਧੂ ਹੁੰਦੇ ਨੇ, ਸੰਤ ਹੁੰਦੇ ਨੇ, ਕੋਈ ਕਹਤਾ ਹੈ ਅੱਲਾ, ਕੋਈ ਕਹਤਾ ਹੈ ਰਾਮ, कोई सुबह याद करता है, कोई करता है शाम। हम तभी याद करते हैं जब पड़ता है काम, लेकिन वो लोग और ही हैं जो याद करते हैं निष्काम। ਉਹ ਲਿਖਣ ਵਾਲਾ ਲਿਖਦਾ ਵੀ ਜਿਹੜੇ ਉਹ ਹੋਰ ਹੀ ਨੇ, ਸਰੀਰ ਹੀ ਹੋ ਨੇ, ਰੂਹਾਂ ਹੀ ਹੋ ਰਿਹਾ, ਜਿਹੜੇ ਨਿਸ਼ਕਾਮ ਸੇਵਾ ਕਰਦੇ, ਨਿਸ਼ਕਾਮ ਸਿਮਰਨ ਕਰਦੇ ਬਿਨਾਂ ਕਿਸੇ ਇੱਛਾ ਤੋਂ, ਕੋਈ ਡਿਜ਼ਾਇਰ ਨਹੀਂ, ਕੋਈ ਇੱਛਾ ਨਹੀਂ ਮਨ ਦੇ ਵਿੱਚ ਵੀ ਆਹ ਮਿਲ ਜਾਵੇ, ਉਹ ਮਿਲ ਜਾਵੇ। ਤਾਂ ਇਦਾਂ ਕਲਗੀਧਰ ਪਾਤਸ਼ਾਹ ਕਹਿੰਦੇ ਭਾਈ ਜਿੱਦਾਂ ਦੇ ਕਰਮ ਕਰਾਂਗੇ ਨਾ ਬਹਾਦਰ ਸ਼ਾਹ, ਉਦਾਂ ਦਾ ਵੱਢਣਾ ਪੈਣਾ ਹੀ ਹਿਸਾਬ ਲਾਲਾ। ਇਹ ਨਹੀਂ ਵੀ ਜੇ ਕਲਮਾ ਪੜ੍ਹਦਾ ਏ ਤੇ ਕਿਸੇ ਦੇ ਘਰ ਦਾ ਬੁਰਾ ਤੱਕੀ ਜਾਣਾ ਏ ਵੀ ਇਹਨਾਂ ਦਾ ਤੇ ਕੰਮ ਹੀ ਖਰਾਬ ਹੋ ਜੇ, ਇਹਨਾਂ ਦਾ ਕਦੇ ਭਲਾ ਨਾ ਹੋਵੇ। ਤੇ ਮਹਾਰਾਜ ਕਹਿੰਦੇ ਫਿਰ ਆਖੇ ਵੀ ਮੈਂ ਉੱਥੇ ਸਵਰਗਾਂ ਦੇ ਵਿੱਚ ਚਲਾ ਜਾਵਾਂ, ਰੱਬ ਦੀ ਦਰਗਾਹ ਦੇ ਵਿੱਚ ਚਲਾ ਜਾਵਾਂ, ਤੇ ਕਹਿੰਦੇ ਏਦਾਂ ਨਹੀਂ ਹੁੰਦਾ ਭਾਈ। ਜਥਾ ਕਰਮ ਕਰ ਤਥਾ ਸੋ ਪਾਵੈ, ਕਲਗੀਧਰ ਕਹਿਣ ਲੱਗੇ ਨੇ ਬਹਾਦਰ ਸ਼ਾਹ ਜਿੱਦਾਂ ਦੇ ਕਰਮ ਕਰੇਗਾ ਕਹਿੰਦੇ ਉਦਾਂ ਦਾ ਹੀ ਤੈਨੂੰ ਜਿਹੜਾ ਏ ਉਹ ਵੱਢਣਾ ਪਵੇਗਾ। ਜੇ ਚੰਗੇ ਕਰਮ ਕੀਤੇ ਤੇ ਯਾਦ ਰੱਖੀ ਸਜਣਾ ਤੇਰਾ ਵੀ ਭਲਾ ਹੋਵੇਗਾ, ਤੇ ਜੇ ਬੁਰਾ ਤੱਕਦਾ ਏ, ਕਿਸੇ ਦੀਆਂ ਜੜ੍ਹਾਂ ਵੱਢ ਰਿਹਾ ਏ, ਹੋ ਸਕਦਾ ਵੀ ਉਹਦਾ ਬੁਰਾ ਹੋਵੇ ਜਾਂ ਨਾ ਹੋਵੇ, ਪਰ ਤੇਰਾ ਜ਼ਰੂਰ ਬੁਰਾ ਹੋਣਾ ਹੈ, ਕਿਉਂਕਿ ਕਿਸੇ ਦਾ ਬੁਰਾ ਤੱਕ ਰਿਹਾ ਏ। ਇਦਾਂ ਸਮਝਾ ਰਹੇ ਨੇ ਜਥਾ ਕਰਮ ਕਰ ਤਥਾ ਸੋ ਪਾਵੈ, ਕਹਿੰਦੇ ਬਹਾਦਰ ਸ਼ਾਹ ਜਿੱਦਾਂ ਦੇ ਕਰਮ ਕਰੇਗਾ ਉਦਾਂ ਦਾ ਹੀ ਪਾਉਣਾ ਪਵੇਗਾ।
ਕਲਮ ਪੜ੍ਹੈ ਕਮਾਵੈ ਖੋਟ। ਤੇ ਜੇ ਕਲਮਾ ਪੜਦਾ ਏ, ਇੱਕ ਬੰਨੇ ਕਲਮਾ ਪੜਦਾ ਏ, ਦੂਜੇ ਬੰਨੇ ਖੋਟ ਕਮਾਉਂਦਾ ਫਿਰਦਾ ਏ। ਤੇ ਜੇ ਆਖੇ ਏਦਾਂ ਮੈਂ ਜਿਹੜਾ ਏ ਉਹਦੇ ਰੱਬ ਦੀ ਦਰਗਾਹ ਦੇ ਵਿੱਚ, ਖੁਦਾ ਦੀ ਦਰਗਾਹ ਵਿੱਚ ਚਲਾ ਜਾਵਾਂ, ਇਸ ਕੋ ਸੰਕਟ ਨਰਕ ਨ ਛੋਟ। ਇਹ ਤੇ ਮਹਾਰਾਜ ਕਹਿੰਦੇ ਝੂਠ ਹੀ ਮਾਰਨ ਵਾਲੀ ਗੱਲ ਆ ਬਹਾਦਰ ਸ਼ਾਹ। ਕਲਮਾ ਪੜਦਾ ਏ ਪਰ ਕਿਸੇ ਦਾ ਬੁਰਾ ਕਰੀ ਜਾ ਰਿਹਾ, ਜੜਾ ਵੱਢੀ ਜਾ ਰਿਹਾ ਏ ਜਿਹੜਾ ਏਦਾਂ ਦੇ ਕਰਮ ਕਰਦਾ ਏ। ਜਿਵੇਂ ਆਮ ਕਹਾਵਤ ਆ ਨਾ, ਮੁਖ ਮੈਂ ਰਾਮ ਤੇ ਬਗਲ ਮੇ ਛੁਰੀ। ਏਦਾਂ ਕਹਿੰਦੇ ਜੇ ਏਦਾਂ ਦੀ ਅਵਸਥਾ ਏ, ਤਿਸ ਕੋ ਸੰਕਟ ਨਰਕ ਨਾ ਛੋਟ। ਕਹਿੰਦੇ ਉਹਨੂੰ ਬਹੁਤ ਵੱਡਾ ਸੰਕਟ ਆਣ ਘੇਰਦਾ ਏ, ਬਹੁਤ ਵੱਡੀ ਬਿਪਤਾ ਆਣ ਘੇਰਦੀ, ਬਹੁਤ ਵੱਡਾ ਦੁੱਖ ਆਣ ਘੇਰਦਾ ਏ। ਨਰਕ ਨਾ ਛੋਟ ਕਹਿੰਦੇ ਨਰਕਾਂ ਦੇ ਵਿੱਚ ਛੁਟਕਾਰਾ ਨਹੀਂ ਹੁੰਦਾ ਭਾਈ। ਜੇ ਕੇਵਲ ਵਿਖਾਵੇ ਆਸਤੇ ਹੀ ਉਸ ਪਰਮੇਸ਼ਰ ਦਾ ਨਾਮ ਜਪਦਾ ਏ ਨਾ, ਕੇਵਲ ਆਪਣੇ ਪੇਟ ਪੂਰਤੀ ਵਾਸਤੇ ਹੀ ਉਹਦਾ ਪਰਮੇਸ਼ਰ ਦਾ ਨਾਮ ਜਪਦਾ ਏ, ਤੇ ਮਹਾਰਾਜ ਕਹਿੰਦੇ ਭਾਈ ਫਿਰ ਏਦਾਂ ਜਿਹੜਾ ਏ ਰੱਬ ਦੀ ਦਰਗਾਹ ਦੇ ਵਿੱਚ ਸੁਰਖਰੂ ਨਹੀਂ ਹੋਇਆ ਜਾਂਦਾ। ਰੱਬ ਦੀ ਦਰਗਾਹ ਦੇ ਵਿੱਚ ਕਹਿੰਦੇ ਫਿਰ ਸਫਲ ਨਹੀਂ ਹੋਇਆ ਜਾਂਦਾ। ਨਰਕ ਨਾ ਛੋਟ, ਨਰਕਾਂ ਤੋਂ ਫਿਰ ਕੋਈ ਛੁਟਕਾਰਾ ਨਹੀਂ ਦਵਾ ਸਕਦਾ। ਭੋਗਹਿ ਕਸ਼ਟ ਅਨੇਕ ਪ੍ਰਕਾਰ। ਏਦਾਂ ਕਹਿੰਦੇ ਖੋਟ ਕਮਾਉਣ ਵਾਲੇ ਜਿਹੜੇ ਹਨ, ਉਹ ਅਨੇਕਾਂ ਹੀ ਪ੍ਰਕਾਰ ਦੇ ਜਿਹੜੇ ਕਸ਼ਟ ਆ ਉਹ ਭੋਗਣਾ ਕਰਦੇ ਹਨ। ਨਹਿ ਕਲਮਾ ਤਹਿ ਲੇ ਤੇ ਉਬਾਰ। ਤੇ ਜਦੋਂ ਸਾਰੀ ਉਮਰ ਹੀ ਮਾੜੇ ਕਰਮ ਕਰਦਾ ਰਿਹਾ, ਸਾਰੀ ਉਮਰ ਦੂਜਿਆਂ ਦੀਆਂ ਜੜ੍ਹਾਂ ਪੁੱਟਦਾ ਰਿਹਾ, ਨਹਿ ਕਲਮਾ ਤੇ ਲੇਤ ਉਬਾਰ। ਕਹਿੰਦੇ ਉਹ ਜਿਹੜੀਆਂ ਕਲਮਾਂ ਨੇ ਉਸ ਬੰਦੇ ਨੂੰ, ਉਸ ਇਨਸਾਨ ਨੂੰ ਕਹਿੰਦੇ ਉਬਾਰ ਬਚਾ ਨਹੀਂ ਸਕਦੀਆਂ ਖੁਦਾ ਦੀ ਦਰਗਾਹ ਵਿੱਚ। ਕਹੈ ਬਹਾਦਰ ਸ਼ਾਹ ਹਮਾਰੇ। ਤੇ ਬਹਾਦਰ ਸ਼ਾਹ ਨੇ ਬੇਨਤੀ ਮਹਾਰਾਜ ਜੀ ਦੇ ਬਚਨ ਸੁਣ ਕਰਕੇ ਤੇ ਫੇਰ ਬੇਨਤੀ ਕੀਤੀ, ਕਹਿਣ ਲੱਗਾ ਹੈ ਮਹਾਰਾਜ ਜੀ ਨੂੰ, ਕਲਮਾ ਕਰਹਿ ਉਧਾਰ ਉਚਾਰੇ। ਮਹਾਰਾਜ ਜੀਓ ਸਾਡੇ ਧਰਮ ਦੇ ਵਿੱਚ ਜਿਹੜਾ ਕਲਮਾ ਨੂੰ ਉਚਾਰਨ ਕਰਦਾ ਏ, ਕਲਮਾ ਪੜਦਾ ਏ, ਤੇ ਸਾਡੇ ਵੱਡ ਵਡੇਰੇ ਕਹਿੰਦੇ ਉਹਦਾ ਉਧਾਰ ਹੋ ਜਾਂਦਾ ਹੈ। ਝੂਠ ਕਹਿਓ ਕੈ ਸਾਚ ਬਖਾਨਾ। ਮਹਾਰਾਜ ਇਹ ਗੱਲ ਝੂਠੀ ਕਹੀ ਆ ਫਿਰ ਸਾਡੇ ਵੱਡ ਵਡੇਰਿਆਂ ਨੇ ਕਿ ਸੱਚ ਕਹੀ ਹੈ। ਕਹਿਮ ਹਮ ਪਤਾ ਲੇਹ ਮਨ ਜਾਨਾ। ਮਹਾਰਾਜ ਜੀ ਉਹ ਮਨ ਦੇ ਵਿੱਚ ਜਾਣੇ ਤੋਂ ਬਿਨਾ ਕਿਵੇਂ ਇਹਦਾ ਪਤਾ ਜਿਹੜਾ ਏ ਉਹ ਪ੍ਰਾਪਤ ਕਰ ਸਕਦੇ ਹਾਂ ਅਸੀਂ। ਜਾਣੇ ਬਿਨਾ ਪ੍ਰਤੀਤ ਨ ਆਵੈ। ਮਹਾਰਾਜ ਇਸ ਗੱਲ ਨੂੰ ਜਾਣੇ ਤੋਂ ਬਿਨਾ ਪ੍ਰਤੀਤ ਨਹੀਂ ਆਉਂਦੀ, ਭਰੋਸਾ ਨਹੀਂ ਵੱਧਦਾ ਮਨ ਦੇ ਵਿੱਚ। ਲਿਖੀ ਸਾਚ ਹੀ ਹੋਏ ਮਨ ਭਾਵੈ। ਲਿਖੀ ਸਾਚ ਹੀ ਹੋਏ ਮਨ ਭਾਵੈ। ਮਨ ਨੂੰ ਕਹਿੰਦੇ ਨੇ ਭਾ ਜਾਵੇ, ਲਿਖੀ ਸਾਚ ਹੀ ਹੋਏ, ਵੀ ਇਹ ਗੱਲ ਜਿਹੜੀ ਲਿਖੀ ਹੋਈ ਆ ਇਹ ਸਾਚੀ ਹੋਵੇ। ਕੋਸ਼ਪ ਸ੍ਰੀ ਗੁਰ ਤਬੈ ਹਕਾਰ। ਇਹ ਮਹਾਰਾਜ ਪ੍ਰਤੀਤ ਫਿਰ ਕਿੱਦਾਂ ਆਵੇਗੀ, ਕਿੱਦਾਂ ਭਰੋਸਾ ਬਣੇਗਾ ਸਾਡਾ। ਉਸ ਸਮੇਂ ਕਹਿੰਦੇ ਨੇ ਕੋਸ਼ਪ ਸ੍ਰੀ ਗੁਰ ਤਬੈ ਹਕਾਰਾ। ਇੱਕ ਕੋਸ਼ਪ ਨੂੰ, ਇੱਕ ਖਜ਼ਾਨਚੀ ਨੂੰ ਕਲਗੀਧਰ ਪਾਤਸ਼ਾਹ ਨੇ ਜਿਹਨੇ ਬੁਲਾਉਣਾ ਕੀਤਾ ਹੈ ਆਪਣੇ ਕੋਲ। ਨਿਕਟ ਨਿਹਾਰਿਓ ਤਾਹੇ ਉਚਾਰਾ। ਜਦੋਂ ਉਹਨੂੰ ਕੋਲ ਬੁਲਾਇਆ ਏ, ਬੁਲਾ ਕਰਕੇ ਤਾਹੇ ਉਚਾਰਾ, ਉਹਦੇ ਤਾਈਂ ਮਹਾਰਾਜ ਕਹਿਣ ਲੱਗੇ ਹਨ, ਏਕ ਰਜਤ ਪਣ ਕੋਸ਼ ਧਰਿਓ ਹੈ। ਮਹਾਰਾਜ ਕਹਿੰਦੇ ਨੇ ਵੀ ਇਹ ਜਿਹੜਾ ਖਜ਼ਾਨਚੀ ਸੀ ਉਹਨੂੰ ਕਹਿੰਦੇ ਵੀ ਇਹ ਖਜ਼ਾਨਚੀ ਏਕ ਰਜਤ ਪਣ ਕੋਸ਼ ਧਰਿਓ ਹੈ। ਕੋਸ਼ ਦੇ ਵਿੱਚ, ਖਜ਼ਾਨੇ ਦੇ ਵਿੱਚ ਇੱਕ ਚਾਂਦੀ ਦਾ ਰੁਪਈਆ ਜਿਹੜਾ ਹੈ ਉਹ ਪਿਆ ਹੋਇਆ ਹੈ। ਜਿਸ ਪਰ ਕਲਮ ਸੰਨ ਭਰਿਓ ਹੈ। ਜਿਹਦੇ ਉੱਪਰ ਕਲਮਾਂ ਲਿਖੀਆਂ ਹੋਈਆਂ ਹਨ, ਤੇ ਕਲਮਾਂ ਜਿਹੜੀਆਂ ਹਨ ਉਹਦੇ ਉੱਪਰ ਉਚਾਰਨ ਕੀਤੀਆਂ ਹੋਈਆਂ ਹਨ। ਉਹ ਚਾਂਦੀ ਦਾ ਜਿਹੜਾ ਰੁਪਈਆ ਹੈ, ਰਜਤ ਪਾਣਾ, ਉਹ ਪਕੜ ਕਰਕੇ ਲੈ ਕੇ ਆਉਣਾ ਕਰੋ। ਤਿਸ ਕੋ ਲੈ ਕਰ ਹਾਥ ਸਿਧਾਵਹੁ। ਹੱਥ ਦੇ ਵਿੱਚ ਉਸ ਰੁਪਈਏ ਨੂੰ ਲੈ ਕਰਕੇ ਸਿਧਾਰੋ, ਬਾਹਰ ਜਾਣਾ ਕਰੋ। ਟਕੇ ਬਾਜ਼ਾਰ ਵਿਖੈ ਤੇ ਲਿਆਵਹੁ। ਜਾ ਕਰਕੇ ਉਸ ਰਜਤ ਪਣ ਨੂੰ ਬਾਜ਼ਾਰ ਦੇ ਵਿੱਚ ਲੈ ਜਾਓ, ਤੇ ਉਸੇ ਜਾ ਕਰਕੇ ਉਸ ਚਾਂਦੀ ਦੇ ਰੁਪਈਏ ਨੂੰ ਵੇਚ ਕਰਕੇ ਤੇ ਉਹਦੇ ਬਦਲੇ ਜਿਹੜਾ ਟਕੇ ਲੈ ਕੇ ਆਉਣਾ ਕਰੋ।
ਬੈਠਿਓ ਸ਼ਾਹ ਸ਼ੀਗਰ ਤੂੰ ਜਾਓ। ਮਹਾਰਾਜ ਕਹਿਣ ਲੱਗੇ ਹੁਣ ਬਹਾਦਰ ਸ਼ਾਹ ਜਿਹੜਾ ਇਹ ਕੋਲ ਸਾਡੇ ਬੈਠਾ ਹੈ ਭਾਈ, ਸ਼ੀਗਰ ਤੁਮ ਜਾਵੋ, ਛੇਤੀ ਦੇ ਨਾਲ ਜਾਣਾ ਕਰੋ। ਹਮਰੇ ਨਿਕਟ ਅਬਹਿ ਲੈ ਆਓ। ਸਾਡੇ ਨੇੜੇ ਹੁਣੇ ਕਹਿੰਦੇ ਨੇ ਇਸ ਰਜਤਪਣ ਦੇ ਵੰਡੇ, ਇਸ ਪੈਸਿਆਂ ਦੇ ਵੰਡੇ ਭਾਈ ਟਕੇ ਲੈ ਕੇ ਆਉਣਾ ਕਰ, ਕਿਉਂਕਿ ਹੁਣ ਬਹਾਦਰ ਸ਼ਾਹ ਕੋਲ ਬੈਠਾ ਏ ਤੇ ਬਹਾਦਰ ਸ਼ਾਹ ਦੇ ਮਨ ਦੇ ਵਿੱਚ ਜਿਹੜਾ ਸ਼ੰਕਾ ਏ ਉਹ ਭਾਈ ਦੂਰ ਕਰੀਏ। ਗੁਰ ਆਇਸ ਤੇ ਕੋਸ਼ਪ ਗਇਓ। ਗੁਰੂ ਸਾਹਿਬ ਜੀ ਦੀ ਆਗਿਆ ਨੂੰ ਪ੍ਰਾਪਤ ਕਰਕੇ ਜਿਹੜਾ ਕੋਸ਼ਬ ਸੀ, ਜਿਹੜਾ ਖਜ਼ਾਨਚੀ ਸੀ ਉਹ ਚਲਾ ਗਿਆ ਹੈ। ਬੀਚ ਬਾਜ਼ਾਰ ਰਜਤ ਪਣ ਦਇਓ। ਬਾਜ਼ਾਰ ਦੇ ਵਿੱਚ ਜਾ ਕਰਕੇ ਰਜਤਪਣ, ਉਹ ਚਾਂਦੀ ਦਾ ਜਿਹੜਾ ਸਿੱਕਾ ਸੀ ਉਹ ਦੇਣਾ ਕੀਤਾ ਹੈ। ਇਸ ਕੇ ਟਕੇ ਦੇ ਹੋ ਗਏ ਨ ਮੋਹੀ। ਕਹਿਣ ਲੱਗਾ ਜਾ ਕਰਕੇ ਵੀ ਇਹਦੇ ਵੰਡੇ ਜਿਹੜਾ ਹੈ ਮੈਨੂੰ ਰਜਤਪਣ ਆ ਤੁਹਾਨੂੰ ਦੇਣਾ ਏ, ਮੈਂ ਚਾਂਦੀ ਦਾ ਸਿੱਕਾ, ਇਹਦੇ ਵੰਡੇ ਮੈਨੂੰ ਟਕੇ ਦੇਣਾ ਕਰੋ। ਜੇ ਤਿਕ ਭਾਵੋ ਬਿਕਤ ਇਤ ਹੋਹੀ। ਕਿ ਜਿੰਨਾ ਇਹਦਾ ਭਾਉ, ਜਿੰਨਾ ਇਹਦਾ ਭਾਅ ਲੱਗਦਾ ਏ, ਜਿੰਨੇ ਭਾਅ ਦੇ ਵਿੱਚ ਇਹ ਵਿਕਦਾ ਏ ਓਨੇ ਭਾਅ ਦੇ ਵਿੱਚ ਇਹਨੂੰ ਰੱਖ ਕਰਕੇ ਤੇ ਇਹਦੇ ਵੰਡੇ ਓਨੇ ਟਕੇ ਜਿਹੜੇ ਦੇਣਾ ਕਰੋ। ਭਿਖ ਸਰਾਫ ਨੇ ਦਿਓ ਬਗਾਈ। ਉਹ ਜਿਹੜਾ ਸਰਾਫ ਸੀ ਨਾ, ਜਦੋਂ ਸਰਾਫ ਨੇ ਉਹਨੂੰ ਵੇਖਿਆ, ਦੁਕਾਨਦਾਰ ਨੇ ਵੇਖਿਆ ਉਸ ਟਕੇ ਨੂੰ, ਤੇ ਭਾਈ ਸਾਹਿਬ ਕਹਿੰਦੇ ਵਗਾ ਕਰਕੇ ਮਾਰਿਆ ਉਸ ਟਕੇ ਨੂੰ, ਉਸ ਰਜਤਪਣ ਨੂੰ। ਇਹ ਖੋਡੋ ਨਹਿ ਚਲ ਹੈ ਤੇ ਬਾਈ। ਉਸ ਚਾਂਦੀ ਦੇ ਸਿੱਕੇ ਵੱਲ ਵੇਖ ਕੇ ਸਰਾਫ ਕਹਿੰਦਾ ਵੀ ਇਹ ਜਿਹੜਾ ਤੂੰ ਟਕਾ ਲਿਆਂਦਾ ਈ ਨਾ, ਇਹ ਖੋਟਾ ਹੋ ਗਿਆ ਏ, ਇਹ ਹੁਣ ਚੱਲਣ ਦੇ ਯੋਗ ਨਹੀਂ ਹੈ। 4-5 ਹਾਟਨ ਪਰ ਫਿਰਿਓ। ਇਦਾਂ ਕਹਿੰਦੇ ਨੇ 4-5 ਦੁਕਾਨਾਂ ਦੇ ਉੱਪਰ ਉਹ ਜਿਹੜੇ ਭਾਈ ਸਾਹਿਬ ਜੀ ਹਨ ਉਹ ਗਏ ਹਨ। ਨਹਿ ਸਰਾਫ ਕਿਨ ਕਰ ਮਹਿ ਧਰਿਓ। ਕਿਸੇ ਵੀ ਸਰਾਫ ਨੇ ਕਹਿੰਦੇ ਆਪਣੇ ਹੱਥ ਦੇ ਵਿੱਚ ਨਹੀਂ ਉਹਨੂੰ ਧਰਿਆ ਹੈ, ਕਿਸੇ ਨੇ ਵੀ ਉਹ ਜਿਹੜਾ ਏ ਰਜਤਪਣੋ ਚਾਂਦੀ ਦਾ ਰੁਪਈਆ ਨਹੀਂ ਲੈਣਾ ਕੀਤਾ। ਹਟ ਕਰ ਗੁਰ ਟਗਿਆਨ ਸੁਨਾਈ। ਹੱਠ ਕਰਕੇ ਆ ਗਏ ਨੇ, ਵਾਪਸ ਆ ਗਏ ਉਹ ਭਾਈ ਸਾਹਿਬ, ਆ ਕਰਕੇ ਸਾਰੀ ਵਾਰਤਾਲਾਪ ਜਿਹੜੀ ਸੀ ਨਾ ਉਹ ਮਹਾਰਾਜ ਜੀ ਨੂੰ ਸੁਣਾਉਣਾ ਕੀਤੀ ਹੈ। ਇਸੇ ਸਰਾਫ ਨ ਲੇਤ ਕਦਾਈ। ਮਹਾਰਾਜ ਜੀਓ ਕਿਸੇ ਵੀ ਸਰਾਫ ਨੇ, ਕਿਸੇ ਵੀ ਦੁਕਾਨਦਾਰ ਨੇ ਇਹ ਜਿਹੜਾ ਟਕਾ ਸੀ ਇਹ ਨਹੀਂ ਲੈਣਾ ਕੀਤਾ। ਹੋਟੇ ਕੋ ਬਿਲੋਕ ਤਤਕਾਲਾ। ਤੇ ਸਾਰਿਆਂ ਨੇ ਇਹ ਗੱਲ ਕਹੀ ਆ ਵੀ ਇਹ ਜਿਹੜਾ ਤੁਹਾਡਾ ਸਿੱਕਾ ਹੈ ਨਾ, ਇਹ ਸਿੱਕਾ ਤੁਹਾਡਾ ਖੋਟਾ ਹੈ, ਇਹ ਨਹੀਂ ਚੱਲਣਾ। ਛੇਤੀ ਦੇ ਨਾਲ ਹੀ ਇਹ ਗੱਲ ਕਹਿ ਕਰਕੇ ਤੇ ਵਾਪਸ ਦੇ ਦਿੱਤਾ ਸੀ। ਰਿਸ ਕੋ ਧਰਤ ਹਾਥ ਤੇ ਡਾਲਾ। ਤੇ ਜਿਹੜੀ ਵੀ ਦੁਕਾਨ ਤੇ ਲੈ ਕੇ ਜਾਣਾ ਸੀ ਉਹ ਸਾਰੇ ਦੁਕਾਨਦਾਰ ਹੱਥ ਤੇ ਜਦੋਂ ਧਰ ਕੇ ਵੇਂਦੇ ਸੀ ਵੀ ਇਹ ਸਿੱਕਾ ਖੋਟਾ ਏ, ਤੇ ਰਿਸ ਗੁੱਸੇ ਨੂੰ ਧਾਰਨ ਕਰਕੇ ਜ਼ੋਰ ਨਾਲ ਸੁੱਟ ਦਿੰਦੇ ਸੀ। ਟਕੇ ਦੇਨ ਤੋ ਕਿਤਹੂ ਰਹੇ। ਕਹਿੰਦੇ ਨੇ ਇਹਦੇ ਵੰਡੇ ਟਕੇ ਦੇਣਾ ਤੇ ਬਹੁਤ ਦੂਰ ਦੀ ਗੱਲ ਸੀ ਮਹਾਰਾਜ। ਝਿਰਕ ਹਟਾਵਤ ਦੁਰ ਬਚ ਰਹੇ। ਏਦਾਂ ਝਿੜਕਾਂ ਦੇ ਦਰ ਕੇ ਤੇ ਮੈਨੂੰ ਹਟਾ ਦਿੰਦੇ ਸੀ, ਦੁਰ ਬਚ ਕਹੇ, ਅਤੇ ਖੋਟੇ ਬਚਨ ਕਹਿੰਦੇ ਸਨ, ਮੇਰੇ ਤਾਈਂ ਉੱਚਾ ਨੀਵਾ ਬੋਲਦੇ ਸਨ। ਸੁਨ ਕੋਸ਼ਪ ਤੇ ਲੈ ਕਰ ਹਾਥ। ਏਦਾਂ ਕੋਸ਼ਬ ਤੋਂ ਸੁਣ ਕਰਕੇ ਨਾ, ਖਜ਼ਾਨਚੀ ਤੋਂ ਸੁਣ ਕਰਕੇ ਤੇ ਕਲਗੀਧਰ ਪਾਤਸ਼ਾਹ ਜੀ ਨੇ ਆਪਣੇ ਹੱਥਾਂ ਵਿੱਚ ਲਿਆ ਹੈ ਉਹ ਟਕਾ। ਬੋਲੇ ਗੁਰ ਸੁਨ ਦਿੱਲੀ ਨਾਥ। ਐ ਦਿੱਲੀ ਦੇ ਨਾਥ ਬਹਾਦਰ ਸ਼ਾਹ ਸੁਣਨਾ ਕਰ, ਕਲਗੀਧਰ ਪਾਤਸ਼ਾਹ ਕਹਿੰਦੇ ਹਨ, ਜਿਨ ਕੋ ਮਤ ਕਲਮੇ ਤੇ ਭਿਸਤ। ਜਿਨ੍ਹਾਂ ਦਾ ਮਤ ਇਦਾਂ ਦਾ ਏ, ਜਿਨ ਕੋ ਮਤ ਕਲਮੇ ਤੇ ਭਿਸਤ, ਜਿਨ੍ਹਾਂ ਦਾ ਇਹ ਮਤ ਆ ਵੀ ਭਾਈ ਕਲਮਾ ਪੜ੍ਹਨ ਦੇ ਨਾਲ ਵਹਿਸ਼ਤ ਮਿਲਦਾ ਏ, ਭਾਵ ਦਰਗਾਹ ਦੇ ਵਿੱਚ ਜਗ੍ਹਾ ਮਿਲਦੀ ਹੈ, ਜਿਨ੍ਹਾਂ ਦਾ ਇਹ ਮਤ ਹੈ। ਤਨ ਕੋ ਰਾਜ ਨ ਕਹੂੰ ਸ਼ਿਕਸਤ। ਉਹਨਾਂ ਦਾ ਰਾਜ ਅਜੇ ਕਿਤੇ ਗਿਆ ਨਹੀਂ, ਉਹਨਾਂ ਦਾ ਰਾਜ ਅਜੇ ਵੀ ਟਿਕਿਆ ਹੈ। ਭਾਵ ਤੁਹਾਡੇ ਮਤ ਦੇ ਵਿੱਚ ਹੀ ਇਹ ਗੱਲ ਆਖੀ ਜਾਂਦੀ ਆ ਨਾ ਵੀ ਜਿਹੜਾ ਕਲਮਾ ਪੜ੍ਹਦਾ ਏ ਉਹਨੂੰ ਵਹਿਸ਼ਤ ਮਿਲਦੀ ਆ, ਰੱਬ ਦੀ ਦਰਗਾਹ, ਖੁਦਾ ਦੀ ਦਰਗਾਹ ਦੇ ਵਿੱਚ ਜਗ੍ਹਾ ਮਿਲਦੀ ਆ, ਤੇ ਤੁਹਾਡਾ ਤੇ ਰਾਜ ਭਾਗ ਜੇ ਕਾਇਮ ਹੀ ਆ ਨਾ।
ਹੁਣ ਨਿਰਣੈ ਕਰ ਲਿਹੋ ਨਿਹਾਰ। ਕਹਿੰਦੇ ਨੇ ਹੁਣ ਐ ਕਰੋ ਵੀ ਨਿਰਣਾ ਕਰਕੇ ਵੇਖ ਲੈਣਾ ਕਰੋ ਇਸ ਚੀਜ਼ ਦਾ ਜਿਹੜਾ ਹੈ। ਤੋਹੇ ਨਿਕਟ ਹੈ ਤੋਹੇ ਬਾਜ਼ਾਰ। ਮਹਾਰਾਜ ਕਹਿੰਦੇ ਵੀ ਤੁਹਾਡੇ ਜਿਹੜੇ ਬਾਜ਼ਾਰ ਹਨ ਉਹ ਬਾਜ਼ਾਰ ਵੀ ਤੁਹਾਡੇ ਹੀ ਨੇੜੇ ਹਨ। ਇਹ ਤੁਹਾਡੇ ਹੀ ਜਿਹੜੇ ਬਾਜ਼ਾਰ ਨੇ ਤੁਹਾਡਾ ਹੀ ਸ਼ਹਿਰ ਹੈ। ਉਪਰ ਕਲਮ ਕਹਿ ਨਾ ਵਿਚਾਰਿਓ। ਵੇਖ ਲਓ ਮਹਾਰਾਜ ਕਹਿੰਦੇ ਵੀ ਇਸ ਸਿੱਕੇ ਦੇ ਉੱਪਰ, ਇਸ ਚਾਂਦੀ ਦੇ ਸਿੱਕੇ ਦੇ ਉੱਪਰ ਵੀ ਕਲਮਾਂ ਲਿਖੀਆਂ ਹੋਈਆਂ ਸਨ, ਪਰ ਕਿਸੇ ਨੇ ਵੀ ਇਸ ਗੱਲ ਨੂੰ ਵਿਚਾਰਿਆ ਨਹੀਂ ਹੈ। ਅੰਤਰ ਖੋਟੋ ਸਕਲ ਨਿਹਾਰਿਓ। ਸਾਰਿਆਂ ਨੇ ਇਹ ਗੱਲ ਸੋਚੀ ਆ, ਇਹ ਵਿਚਾਰੀ ਆ ਵੀ ਇਹ ਜਿਹੜਾ ਰਜਤ ਬਣਿਆ ਇਹ ਅੰਦਰੋਂ ਖੋਟਾ ਏ। ਉੱਪਰ ਲਿਖੀ ਹੋਈ ਜਿਹੜੀ ਕਲਮ ਸੀ ਉਹ ਨਹੀਂ ਕਿਸੇ ਨੇ ਵਿਚਾਰੀ। ਕੀਨਹੁ ਨ ਕੀਨਸ ਅੰਗੀਕਾਰ। ਕਿਸੇ ਨੇ ਵੀ ਇਹਨੂੰ ਅੰਗੀਕਾਰ ਨਹੀਂ ਜੇ ਕੀਤਾ। ਖੋਟਾ ਦੇਖਤ ਦੇ ਕਰਨ ਡਾਰ। ਕਹਿੰਦੇ ਖੋਟਾ ਵੇਖ ਕਰਕੇ ਤੇ ਸਾਰਿਆਂ ਨੇ ਡਾਰ ਦਿੱਤਾ ਸੀ, ਸੁੱਟ ਦਿੱਤਾ ਸੀ। ਇਸੇ ਤਰੀਕੇ ਦੇ ਨਾਲ ਮਹਾਰਾਜ ਕਹਿੰਦੇ ਵੀ ਇਹ ਬਾਹਰੋਂ ਜੇ ਨਾਮ ਜਪਦਾ ਫਿਰਦਾ ਹੈ ਨਾ, ਜੇ ਕਲਮਾ ਪੜਦਾ ਏ ਤੇ ਅੰਦਰ ਸਾਰੀ ਉਮਰ ਜੇ ਖੋਟ ਰੱਖੀ ਆ ਭਾਈ, ਸਾਰੀ ਉਮਰ ਹੀ ਮਾੜਾ ਕਰਦਾ ਰਿਹਾ ਏ। ਤੇ ਮਹਾਰਾਜ ਕਹਿੰਦੇ ਜਦਾਂ ਇਸ ਖੋਟੇ ਸਿੱਕੇ ਨੂੰ ਪ੍ਰਵਾਨ ਨਹੀਂ ਨਾ ਕੀਤਾ ਕਿਸੇ ਦੁਕਾਨਦਾਰ ਨੇ, ਯਾਦ ਰੱਖੀ ਬਹਾਦਰ ਸ਼ਾਹ, ਇਦਾਂ ਰੱਬ ਦੀ ਦਰਗਾਹ ਦੇ ਵਿੱਚੋਂ ਬੰਦਾ ਪ੍ਰਮਾਣ ਨਹੀਂ ਹੁੰਦਾ ਜਿਹੜਾ ਮੂੰਹ ਦੇ ਵਿੱਚੋਂ ਰੱਬ ਦਾ ਨਾਮ ਲੈਂਦਾ ਤੇ ਅੰਦਰ ਖੋਟ ਰੱਖਦਾ ਏ, ਅੰਦਰ ਮਾੜਾ ਤੱਕਦਾ ਏ ਸਾਰਿਆਂ ਦਾ, ਵੀ ਇਹਦਾ ਵੀ ਮਾੜਾ ਕਰ ਦਵਾਂ ਉਹਦਾ ਵੀ ਮਾੜਾ ਕਰ ਦਵਾਂ। ਇਹ ਤੇ ਗੁਰਸੰਗਤ ਜੀ ਮਹਾਰਾਜ ਹੀ ਕਿਰਪਾ ਕਰਨ ਤੇ ਬਚਿਆ ਜਾਂਦਾ ਇਹਨਾਂ ਔਗਣਾਂ ਤੋਂ। ਗੁਰੂ ਸਾਹਿਬ ਵੀ ਕਿਰਪਾ ਕਰਨ ਤੇ ਜਿੱਦਾਂ ਉਹਨਾਂ ਨੇ ਦੁਕਾਨਦਾਰਾਂ ਨੇ ਖੋਟਾ ਸਿੱਕਾ ਜਾਣ ਕਰਕੇ ਸੁੱਟ ਦਿੱਤਾ ਸੀ ਨਾ, ਐ ਬਹਾਦਰ ਸ਼ਾਹ ਮਹਾਰਾਜ ਆਖਣ ਲੱਗੇ ਇਦਾਂ ਰੱਬ ਦੀ ਦਰਗਾਹ ਦੇ ਵਿੱਚੋਂ ਕਹਿੰਦੇ ਨੇ ਉਹਨੂੰ ਸੁੱਟ ਦਿੱਤਾ ਜਾਂਦਾ ਏ। ਰੱਬ ਦੀ ਦਰਗਾਹ ਦੇ ਵਿੱਚੋਂ ਬੰਦਾ ਫਿਰ ਕਦੇ ਪ੍ਰਵਾਨ ਨਹੀਂ ਹੁੰਦਾ। ਜਹ ਤੁਰਕਨ ਕੋ ਰਾਜਤ ਪੰਤਾ। ਕਹਿੰਦੇ ਜਿੱਦਾਂ ਹੁਣ ਤੁਰਕਾਂ ਦਾ ਜਿਹੜਾ ਹੈ ਰਾਜ ਭਾਗ ਚੱਲ ਰਿਹਾ ਹੈ, ਤਹਾਂ ਨ ਕਲਮਾ ਰਚ ਕਰੰਤਾ। ਹੁਣ ਰਾਜ ਭਾਗ ਤੁਰਕਾਂ ਦਾ ਤੁਹਾਡਾ ਚੱਲ ਰਿਹਾ ਏ, ਤੇ ਜੇ ਆਖੋ ਕਲਮਾ ਪੜ੍ਹ ਕੇ ਤੇ ਬਾਅਦ ਵਿੱਚ ਮਹਾਰਾਜ ਕਹਿੰਦੇ ਵੀ ਜੇ ਮਾੜੇ ਕਰਮ ਕਰਦੇ ਰਹੋ ਤੇ ਉਹ ਜਿਹੜੀਆਂ ਕਲਮਾਂ ਨੇ ਉਹ ਕਦੇ ਤੁਹਾਡੀ ਰੱਖਿਆ ਨਹੀਂ ਕਰਨਗੀਆਂ। ਕਦੇ ਵੀ ਤੁਹਾਡੀ ਜਿਹੜੀ ਰੱਖਿਆ ਏ ਉਹ ਕਲਮਾਂ ਪੜ੍ਹੀਆਂ ਹੋਈਆਂ ਨਹੀਂ ਕਰ ਸਕਦੀਆਂ। ਜਦੋਂ ਤੱਕ ਅੰਦਰੋਂ ਖੋਟ ਨਹੀਂ ਜਾਂਦੀ, ਜਦੋਂ ਤੱਕ ਅੰਦਰੋਂ ਵੈਰ ਵਿਰੋਧ ਦੀ ਜਿਹੜੀ ਜ਼ਹਿਰ ਆ ਉਹ ਖਤਮ ਨਹੀਂ ਹੁੰਦੀ। ਕਲਮਾਂ ਹੁਣ ਚੰਗੇ ਕੰਮ ਤੇ ਕੁਝ ਕੁ ਔਰੰਗਜ਼ੇਬ ਦੇ ਵਿੱਚ ਵੀ ਗੁਰਸੰਗਤ ਜੀ ਹੈਗੇ ਸੀ, ਹਾਥੀ ਕੁਰਾਨ ਸ਼ਰੀਫ ਲਿਖ ਕਰਕੇ ਤੇ ਉਹਦੀ ਜਿਹੜੀ ਉਹਨੂੰ ਵੇਚ ਕਰਕੇ ਤੇ ਫਿਰ ਰੋਟੀ ਖਾਇਆ ਕਰਦਾ ਸੀ। ਪਰ ਇਹਦਾ ਮਤਲਬ ਇਹ ਥੋੜਾ ਵੀ ਜਿਹੜੇ ਉਹਨੇ ਮਾੜੇ ਕਰਮ ਇੰਨੇ ਕੀਤੇ ਸੀ ਤੇ ਉਹਨਾਂ ਮਾੜੇ ਕਰਮਾਂ ਤੇ ਪਰਦਾ ਪਾ ਦਿੱਤਾ ਜਾਵੇ। ਇੱਕ ਤਾਂ ਗੁਣ ਤੇ ਉਹਦੇ ਵਿੱਚ ਵੀ ਹੈਗਾ ਸੀ ਨਾ, ਪਰ ਜਿਹੜੇ ਮਾੜੇ ਕਰਮ ਕੀਤੇ ਸੀ ਉਹਨੇ ਮਾੜੇ ਕਰਮਾਂ ਦਾ ਹਿਸਾਬ ਤੇ ਉਹਦਾ ਹੋਣਾ ਹੀ ਸੀ ਨਾ ਔਰੰਗਜ਼ੇਬ ਬਾਦਸ਼ਾਹ ਦਾ। ਇਹੋ ਚੀਜ਼ ਹੀ ਮਹਾਰਾਜ ਸਮਝਾ ਰਿਹਾ ਵੀ ਤੁਹਾਡਾ ਰਾਜ ਭਾਗ ਹੁਣ ਚੱਲ ਰਿਹਾ, ਤੇ ਜੇ ਆਖੋ ਕਲਮਾ ਪੜ੍ਹ ਕੇ ਤੇ ਬੁਰੇ ਕਰਮ ਕਰਦੇ ਰਹੀਏ ਤੇ ਮਹਾਰਾਜ ਕਹਿੰਦੇ ਇਦਾਂ ਭਾਈ ਜਿਹੜੇ ਬੁਰੇ ਕਰਮ ਆ ਉਹ ਇਹਨਾਂ ਬੁਰੇ ਕਰਮਾਂ ਦਾ ਇੰਨਾ ਜ਼ਿਆਦਾ ਪ੍ਰਭਾਵ ਪੈ ਜਾਂਦਾ ਵੀ ਉਹ ਪੜੀਆਂ ਹੋਈਆਂ ਕਲਮਾਂ ਦਾ ਅਸਰ ਖਾ ਜਾਂਦੇ ਬੁਰੇ ਕਰਮ ਜਿਹੜੇ ਨੇ। ਜਿਵੇਂ ਹਾਥੀ ਆ ਨਾ, ਉਹਨੂੰ ਇਸ਼ਨਾਨ ਕਰਾਈਏ ਤੇ ਫੇਰ ਬਾਹਰ ਆ ਕੇ ਧੂੜ ਪਾ ਲੈਂਦਾ ਨਾ ਆਪਣੇ ਉੱਪਰ, ਇਦਾਂ ਦੀ ਹਾਲਤ ਕਹਿੰਦੇ ਉਸ ਇਨਸਾਨ ਦੀ ਹੁੰਦੀ ਆ ਵੀ ਜੇ ਕਲਮਾ ਪੜ੍ਹਦਾ ਏ ਤੇ ਫਿਰ ਵਿਸ਼ਿਆਂ ਵਿਕਾਰਾਂ ਦੇ ਵਿੱਚ ਬੁਰੇ ਕਰਮਾਂ ਦੇ ਵਿੱਚ ਲੱਗਾ ਰਹਿੰਦਾ ਤੇ ਉਹ ਬੁਰੇ ਕਰਮਾਂ ਦਾ ਅਸਰ ਜ਼ਿਆਦਾ ਪੈ ਜਾਂਦਾ ਤੇ ਕਲਮਾਂ ਦਾ ਜਿਹੜਾ ਫਲ ਆ ਉਹਨੂੰ ਬੁਰੇ ਕਰਮ ਖਾ ਜਾਂਦੇ ਨੇ। ਨਸ਼ੇ ਆਦਿਕ ਦਾ ਸੇਵਨ ਕਰਦਾ ਏ ਤੇ ਸਭੈ ਰਸਾਤਲ ਜਾਹੇ, ਜਿੰਨੇ ਵੀ ਕਬੀਰ ਸਾਹਿਬ ਕਹਿੰਦੇ ਚੰਗੇ ਕਰਮ ਕਰਦਾ ਏ ਉਹ ਸਾਰੇ ਵਿਅਰਥ ਚਲੇ ਜਾਂਦੇ ਨੇ। ਜੇ ਚੰਗੇ ਕਰਮ ਕਰਕੇ ਤੇ ਨਸ਼ਾ ਆਦਿਕ ਕਰ ਲੈਣਾ, ਸ਼ਰਾਬ ਆਦਿਕ ਦਾ ਸੇਵਨ ਕਰਦਾ ਏ, ਤਮਾਕੂ ਆਦਿਕ ਦਾ ਸੇਵਨ ਕਰਦਾ ਏ। ਇਦਾਂ ਮਹਾਰਾਜ ਕਹਿਣ ਲੱਗੇ ਨੇ ਬਹਾਦਰ ਸ਼ਾਹ ਵੀ ਵੇਖ ਲਾ, ਚੰਗੀ ਤਰ੍ਹਾਂ ਸੋਚ ਲਾ ਵੀ ਤੁਹਾਡੇ ਕਲਮਾ ਪੜ੍ਹ ਕੇ ਬੁਰੇ ਕਰਮ ਕਰੀਏ ਤੇ ਉਹ ਕਲਮਾਂ ਦਾ ਬਹੁਤਾ ਅਸਰ ਨਹੀਂ ਰਹਿ ਜਾਂਦਾ। ਜਹ ਠਾਂ ਅਵਰ ਨਿਆਮ ਕੇ ਕਰਤਾ। ਜੇ ਥਾਂ ਅਵਰ ਨਿਆਮ ਕੇ ਕਰਤਾ, ਭਲੇ ਬੁਰੇ ਕੋ ਨਿਰਣੈ ਧਰਤਾ। ਕਹਿੰਦੇ ਜਿੱਥੇ ਨਿਆਂ ਕਰਨ ਵਾਲਾ ਜਿਹੜਾ ਕਰਤਾ ਬੈਠਾ ਹੋਇਆ ਹੈ ਪਰਮੇਸ਼ਰ,
ਭਲੇ ਬੁਰੇ ਕੋ ਨਿਰਣੈ ਧਰਤਾ। ਪੜ੍ਹ ਦੋ ਇੱਥੋਂ। ਭਲੇ ਬੁਰੇ ਕੋ ਨਿਰਣੈ ਧਰਤਾ। ਕਹਿੰਦੇ ਕੌਣ ਭਲਾ ਏ ਕੌਣ ਬੁਰਾ ਏ ਸਾਰਿਆਂ ਦਾ ਨਿਰਣਾ ਕਰਦਾ ਪਰਮੇਸ਼ਰ। ਕੱਲੀ ਕੱਲੀ ਗੱਲ ਉੱਥੇ ਜਿਹੜੀ ਆ ਸਾਹਮਣੇ ਰੱਖ ਦਿੰਦਾ ਜ਼ਾਹਰ ਕਰਕੇ। ਦੁਨੀਆ ਦੇ ਲੋਕਾਂ ਨਾਲ ਮਹਾਰਾਜ ਕਹਿਣ ਲੱਗੇ ਨੇ ਬਹਾਦਰ ਸ਼ਾਹ ਚਲਾਕੀਆਂ ਕਰ ਸਕਦੇ ਆ, ਪਰ ਯਾਦ ਰੱਖੀ ਉਹ ਰੱਬ ਦੀ ਦਰਗਾਹ ਦੇ ਵਿੱਚ ਕਦੇ ਕੋਈ ਚਲਾਕੀ ਨਹੀਂ ਚੱਲਦੀ। ਸਹਿਸ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ ਹਜ਼ਾਰਾਂ ਸਿਆਣਪਾਂ ਦਾ ਮਾਲਕ ਹੋਵੇਗਾ, ਪਰ ਯਾਦ ਰੱਖੀ ਉਹਦੀ ਦਰਗਾਹ ਦੇ ਵਿੱਚ ਇੱਕ ਵੀ ਸਿਆਣਪ ਨਹੀਂ ਚੱਲਣੀ। ਜਦਾਂ ਦੇ ਕਰਮ ਕੀਤੇ ਨੇ ਉਦਾਂ ਦੇ ਜਿਹੜੇ ਆ ਉਹ ਭੋਗਣੇ ਪੈਣਗੇ। ਇਹ ਕਰ ਕਰੇ ਸੋ ਇਹ ਕਰ ਪਾਏ, ਜੇ ਐਸਾ ਹੱਥ ਨਾਲ ਮਾੜਾ ਕਰਮ ਕਰਦਾ ਏ ਤੇ ਕਲਯੁਗ ਦਾ ਕਹਿੰਦੇ ਨੇ ਇਹ ਅਸੂਲ ਆ ਵੀ ਇਸੇ ਹੱਥ ਨੂੰ ਜਿਹੜਾ ਏ ਉਹ ਲੇਖਾ ਦੇਣਾ ਪਵੇਗਾ। ਇਹ ਕਲਮਾ ਕਿਮ ਕਰੈ ਸਹਾਏ। ਮਹਾਰਾਜ ਕਹਿੰਦੇ ਉੱਥੇ ਤੇ ਬੁਰੇ ਭਲੇ ਦਾ ਸਾਰਿਆਂ ਦਾ ਨਿਰਣਾ ਹੋਣਾ, ਤੇ ਉੱਥੇ ਜਿਹੜੀਆਂ ਕਲਮਾਂ ਪੜੀਆਂ ਹੋਣਗੀਆਂ ਉਹ ਕਿਵੇਂ ਕਹਿੰਦੇ ਤੁਹਾਡੀ ਸਹਾਇਤਾ ਕਰ ਸਕਦੀਆਂ ਹਨ ਜੇ ਸਾਰੀ ਉਮਰੀ ਖੋਟ ਰੱਖੀ ਤੇ। ਦੇ ਖੋਟੇ ਕੋ ਭਿਸਤ ਪੁਚਾਏ। ਮਹਾਰਾਜ ਕਹਿੰਦੇ ਨੇ ਵੀ ਕਿਵੇਂ ਖੋਟੇ ਨੂੰ ਜਿਹੜਾ ਹੈ ਉਹ ਭਿਸਤ ਦੇ ਵਿੱਚ ਵਹਿਸ਼ਤ ਦੇ ਵਿੱਚ ਬਚਾਵੇਗਾ ਖੁਦਾ ਰੱਬ। ਜਹ ਪਰਮੇਸ਼ਰ ਕੀ ਦਰਗਾਹ। ਜਿੱਥੇ ਪਰਮੇਸ਼ਰ ਦੀ ਦਰਗਾਹ ਹੈ, ਰੱਬ ਦਾ ਜਿੱਥੇ ਨਿਆਂ ਹੁੰਦਾ ਹੈ ਉਹਦੀ ਕਚਹਿਰੀ ਦੇ ਵਿੱਚ ਜਥਾ ਜੋਗ ਭਿਖਿਅਤ ਹੈ ਤਾਹੇ। ਉਥੇ ਤੇ ਭਾਈ ਜਥਾ ਜੋਗ ਹੀ ਵੇਖਿਆ ਜਾਂਦਾ ਵੀ ਜਿੱਦਾਂ ਦਾ ਇਹਨੇ ਕਰਮ ਕੀਤਾ ਉਦਾਂ ਦਾ ਫਲ। ਇੱਥੇ ਤੇ ਵੱਡੀਆਂ ਚੱਲ ਸਕਦੀਆਂ ਨੇ, ਇੱਥੇ ਤੇ ਜਿਹੜੇ ਵਕੀਲ ਨੇ ਜੱਜ ਨੇ ਮਹਾਰਾਜ ਕਹਿੰਦੇ ਉਹਦੇ ਖਰੀਦੇ ਜਾ ਸਕਦੇ। ਸੱਜਣਾ ਉੱਥੇ ਨਹੀਂ ਕਿਸੇ ਨੂੰ ਵੀ ਖਰੀਦ ਸਕਦਾ। ਉੱਥੇ ਕੋਈ ਵੱਡੀ ਨਹੀਂ ਚੱਲਣੀ, ਉੱਥੇ ਕੋਈ ਲਾਲਚ ਨਹੀਂ ਚੱਲਣਾ। ਉੱਥੇ ਤੇ ਜਿਹੋ ਜਿਹਾ ਬੀਜਿਆ ਏ ਉਹੋ ਜਿਹਾ ਵੱਢਣਾ ਪਵੇਗਾ। ਨਰ ਤਨ ਧਾਰ ਕਰਤ ਹੈ ਜਥਾ। ਨਰ ਮਨੁੱਖਾਂ ਵਾਲਾ ਤਨ ਧਾਰ ਕਰਕੇ ਜਦਾਂ ਦੇ ਕਰਮ ਕਰਦਾ ਹੈ। ਬਿਦਤ ਸ਼ੁਭਾ ਸ਼ੁਭ ਹੋਏ ਤਹ ਤਥਾ। ਬਿਦਤ ਕਹਿੰਦੇ ਨੇ ਪ੍ਰਗਟ ਨੂੰ ਸ਼ੁਭਾ ਸ਼ੁਭ, ਸ਼ੁਭ ਤੇ ਪਲੱਸ ਅਸ਼ੁਭ। ਜਦਾਂ ਦੇ ਚੰਗੇ ਮਾੜੇ ਕਰਮ ਤੂੰ ਕੀਤੇ ਹੁੰਦੇ ਨੇ ਉਹ ਸਾਰੇ ਉੱਥੇ ਬਿਦਤ ਉੱਤੇ ਸਾਰੇ ਪ੍ਰਗਟ ਹੋ ਜਾਣਗੇ। ਦੁੱਖ ਸੁਖ ਭੋਗੇ ਕ੍ਰਿਤ ਅਨੁਸਾਰੀ। ਕ੍ਰਿਤ ਅਨੁਸਾਰੀ ਜਦਾਂ ਦੀ ਤੂੰ ਕ੍ਰਿਤ ਕੀਤੀ ਆ, ਜਦਾਂ ਦੇ ਕਰਮ ਕੀਤੇ ਨੇ ਉਹਨਾਂ ਕਰਮਾਂ ਦੇ ਅਨੁਸਾਰ ਮਹਾਰਾਜ ਕਹਿੰਦੇ ਦੁੱਖ ਤੇ ਸੁੱਖ ਜਿਹੜੇ ਨੇ ਉਹ ਤੈਨੂੰ ਭੋਗਣੇ ਪੈਣਗੇ। ਕੂੜੇ ਬੇਖ ਉਪਰੇ ਧਾਰੀ। ਕਹਿੰਦੇ ਜਿਨ੍ਹਾਂ ਨੇ ਕੂੜੇ ਬੇਖ ਝੂਠੇ ਬੇਖ ਜਿਹੜੇ ਨੇ ਤਨ ਦੇ ਉੱਪਰ ਧਾਰਨ ਕੀਤੇ ਹੋਏ ਹਨ, ਤਿਸ ਤੇ ਨਹਿ ਸਹਾਇਤਾ ਹੋਏ। ਉਹਦੀ ਸਹਾਇਤਾ ਮਹਾਰਾਜ ਕਹਿੰਦੇ ਕਲਮਾਂ ਕੋਈ ਨਹੀਂ ਕਰ ਸਕਦੀਆਂ ਭਾਈ। ਇਹ ਪਰਮੇਸ਼ਰ ਦਾ ਬਾਣਾ ਪਾਇਆ ਏ ਨਾ, ਤੇ ਬਾਣਾ ਪਾ ਕੇ ਜੇ ਉਹਦਾ ਨਾਮ ਨਹੀਂ ਨਾ ਜਪਦੇ ਮਹਾਰਾਜ ਕਹਿੰਦੇ ਯਾਦ ਰੱਖਿਓ ਇਹ ਝੂਠਾ ਵੇਸ ਹੀ ਪਾਇਆ ਹੋਇਆ ਜੇ ਉਹਦਾ ਨਾਮ ਨਹੀਂ ਅੰਦਰ ਬੈਠਾ ਤੇ ਇਹ ਉਹਦਾ ਵੇਸ ਪਾ ਕੇ ਤੁਰਿਆ ਫਿਰਦਾ ਇਹ ਝੂਠਾ ਲਿਬਾਸ ਹੀ ਪਾਇਆ ਏ। ਇਹਦਾ ਕੋਈ ਫਾਇਦਾ ਨਹੀਂ ਹੋਵੇਗਾ। ਇਹਦਾ ਫਾਇਦਾ ਉਦੋਂ ਹੋਵੇਗਾ ਜਦੋਂ ਉਸ ਪਰਮੇਸ਼ਰ ਦਾ ਬਾਣਾ ਪਾ ਕੇ ਉਹਨੂੰ ਯਾਦ ਕਰੇਗਾ। ਤੇ ਜਿਹੜਾ ਉੱਤੇ ਬੇਸ ਕੱਲਾ ਹੀ ਪਾ ਕੇ ਧਾਰਨ ਕਰੀ ਕਰਕੇ ਜਿਹੜਾ ਸੰਸਾਰ ਵਿੱਚ ਵਿਚਰਦਾ ਕਹਿੰਦੇ ਇਹ ਕੂੜਾ ਏ, ਝੂਠਾ ਏ, ਤਿਸ ਤੇ ਨਹਿ ਸਹਾਇਤਾ ਹੋਏ। ਇਸ ਕੱਲੇ ਲਿਬਾਸ ਨਾਲ ਸਹਾਇਤਾ ਨਹੀਂ ਹੋਣੀ ਤੇਰੀ। ਕਰਹਿ ਕ੍ਰਿਤ ਨਰ ਭੁਗਤੈ ਸੋਏ। ਤੇ ਫਿਰ ਜਦਾਂ ਦੀ ਕ੍ਰਿਤ ਕਰੇਗਾ ਉਦਾਂ ਦਾ ਹੀ ਸਹਿ ਬਾਖਣ ਲੱਗੇ ਨੇ ਭਾਈ ਭੋਗਣਾ ਪਵੇਗਾ ਤੈਨੂੰ। ਦੇਖਿਓ ਪ੍ਰਤੱਖ ਇਹਾਂ ਤੁਮ ਜਥਾ। ਮਹਾਰਾਜ ਕਹਿੰਦੇ ਨੇ ਵੇਖ ਲਾ ਬਹਾਦਰ ਸ਼ਾਹ ਇੱਥੇ ਪ੍ਰਤੱਖ ਹੀ ਇਹ ਚੀਜ਼ ਤੂੰ ਵੇਖ ਲਈ ਆ। ਸਿੱਕੇ ਦੇ ਉੱਪਰ ਕਲਮਾਂ ਲਿਖੀਆਂ ਨੇ ਪਰ ਸਿੱਕੇ ਦਾ ਸਮਾਂ ਜਾ ਚੁੱਕਿਆ ਏ, ਸਿੱਕਾ ਖੋਟਾ ਏ। ਕਿਸੇ ਨੇ ਇਹ ਨਹੀਂ ਤੱਕਿਆ ਵੀ ਇਹਦੇ ਉੱਪਰ ਕਲਮਾਂ ਲਿਖੀਆਂ ਨੇ, ਸਾਰਿਆਂ ਨੇ ਇਹ ਚੀਜ਼ ਤੱਕੀ ਆ ਵੀ ਇਹ ਖੋਟਾ ਹੈ। ਪ੍ਰਭ ਦਰਗਾਹ ਨਿਆਵ ਹੈ ਤਥਾ। ਬਸ ਬਹਾਦਰ ਸ਼ਾਹ ਏਦਾਂ ਹੀ ਰੱਬ ਦੀ ਦਰਗਾਹ ਦੇ ਵਿੱਚ ਸਜਣਾ ਨਿਆਂ ਹੁੰਦਾ ਈ। ਇਹ ਨਹੀਂ ਵੇਖਣਾ ਕਿਸੇ ਨੇ ਵੀ ਤੂੰ ਕਲਮਾ ਪੜ੍ਹਦਾ ਸੀ, ਉੱਥੇ ਵੇਖਿਆ ਜਾਣਾ ਵੀ ਕਲਮਾ ਪੜ੍ਹ ਕੇ ਹਿਰਦਾ ਵੀ ਸ਼ੁੱਧ ਰੱਖਿਆ ਸੀ ਕਿ ਨਹੀਂ, ਕਿਸੇ ਦਾ ਦੁੱਖ ਵੇਖ ਕੇ ਦੁਖੀ ਹੁੰਦਾ ਸੀ ਕਿ ਨਹੀਂ, ਕਿਸੇ ਦਾ ਸੁੱਖ ਵੇਖ ਕੇ ਤੈਨੂੰ ਚਾਅ ਚੜ੍ਹਦਾ ਸੀ ਕਿ ਨਹੀਂ। ਅੱਜ ਕਿਸੇ ਨੂੰ ਦੁਖੀ ਵੇਖ ਕੇ ਬੜੇ ਖੁਸ਼ ਹੁੰਦੇ, ਚੰਗਾ ਅੱਗ ਲੱਗੀ ਰਵੇ ਇਹਨਾਂ ਦੇ ਘਰ। ਤੇ ਕਿਸੇ ਦੇ ਦਿਨ ਚੰਗੇ ਆ ਜਾਣ ਤੇ ਸੜ ਵੱਲ ਜਾਂਦੇ ਨਾ ਵੀ ਦਿਨ ਕਾਹਨੂੰ ਚੰਗੇ ਆ ਗਏ ਇਹਨਾਂ ਦੇ।
ਜੇ ਕਹਿੰਦੇ ਨੀਤੀ ਸਾਫ ਨਹੀਂ, ਤੇਰਾ ਹਿਰਦਾ ਹੀ ਸ਼ੁੱਧ ਨਹੀਂ, ਤੇ ਉਹ ਕਲਮਾਂ ਉੱਪਰ ਪੜੀਆਂ ਹੋਈਆਂ ਦਾ ਬਹੁਤਾ ਖਿਆਲ ਨਹੀਂ ਕਰਨਾ, ਅੰਦਰ ਹਿਰਦਾ ਵੀ ਤੇਰਾ ਵੇਖਣਾ ਹੈ ਉੱਥੇ। ਅੰਤਰ ਸੁਧ ਭਏ ਛੁਟ ਜੈ ਹੈ। ਕਹਿੰਦੇ ਨੇ ਜਿਨ੍ਹਾਂ ਦਾ ਅੰਦਰ ਸ਼ੁੱਧ ਆ ਨਾ, ਉਹ ਛੁੱਟ ਜੈ ਹੈ, ਉਹ ਛੋਟੇ ਜਾਣਗੇ ਉੱਥੇ, ਉਹ ਬਚਣਗੇ ਰੱਬ ਦੀ ਦਰਗਾਹ ਵਿੱਚ। ਅੰਤਰ ਖੋਟ ਮਹਾ ਦੁਖ ਪੈ ਹੈ। ਹਾਂ, ਕਲਮਾ ਪੜਦਾ ਏ, ਆਪਣੀ ਲੋੜ ਅਨੁਸਾਰ ਪੜਦਾ ਏ, ਤੇ ਅੰਦਰ ਖੋਟ ਧਾਰਨ ਕਰਕੇ ਰੱਖਦਾ ਏ, ਤੇ ਮਹਾਰਾਜ ਕਹਿੰਦੇ ਉਹਨਾਂ ਨੂੰ ਦੁੱਖ ਜਿਹੜੇ ਹਨ ਉਹ ਪੈ ਜਾਣਗੇ। ਵਹਿਰ ਬੇਖ ਮਾਨਹਿ ਕੋ ਨਾਹੀ। ਕਿਸੇ ਨੇ ਨਹੀਂ ਮੰਨਣਾ ਬਾਹਰ ਦੇ ਤੇਰੇ ਵੇਸ਼ ਨੂੰ, ਵੀ ਵੇਸ਼ ਧਾਰਨ ਕਿਹੜਾ ਕੀਤਾ ਈ, ਸਾਰੀ ਉਮਰ ਰੱਬ ਦਾ ਲਿਬਾਸ ਧਾਰਨ ਕੀਤਾ ਈ, ਨਾਮ ਨਹੀਂ ਜਪਿਆ ਤੇ ਉਹ ਲਿਬਾਸ ਨਹੀਂ ਉਤੇ ਤੇਰਾ ਵੇਖਿਆ ਜਾਣਾ ਵੀ ਇਹਨੇ ਸਾਰੀ ਉਮਰ ਲਿਬਾਸ ਪਾਇਆ ਸੀ। ਨਹੀਂ, ਉਥੇ ਇਹ ਵੇਖਿਆ ਜਾਣਾ ਵੀ ਲਿਬਾਸ ਦੇ ਅੰਦਰ ਜਿਹੜਾ ਬੈਠਾ ਸਰੀਰ ਆ, ਉਹਦੇ ਨਾਲ ਕਿੰਨੇ ਕੋ ਚੰਗੇ ਕਰਮ ਕੀਤੇ, ਇਹ ਉਥੇ ਵੇਖਿਆ ਜਾਵੇਗਾ। ਕਰਮ ਸ਼ੁਭਾ ਸ਼ੁਭ ਮਿਟ ਹੈ ਨਾ ਕਾਹੀ। ਮਹਾਰਾਜ ਕਹਿਣ ਲੱਗੇ ਜਿਹੜੇ ਕਰਮ ਹੁੰਦੇ ਨੇ ਸ਼ੁਭ ਤੇ ਅਸ਼ੁਭ, ਉਹ ਕਦੇ ਮਿਟਦੇ ਨਹੀਂ। ਬਹਾਦਰ ਸ਼ਾਹ ਲੇਖ ਨਾ ਮਿਟਾਈ ਹੈ ਸਖੀ, ਜੋ ਲਿਖਿਆ ਕਰਤਾਰ। ਕਹਿੰਦੇ ਜਿਹੜਾ ਕਰਤਾਰ ਨੇ ਲੇਖ ਲਿਖ ਦਿੱਤਾ ਨਾ ਮੱਥੇ ਦੇ ਵਿੱਚ, ਉਹ ਕਦੇ ਮਿਟਦਾ ਨਹੀਂ। ਤੇ ਕਿਸੇ ਰਾਜੇ ਨੇ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਨੂੰ ਆਖਿਆ, ਮਹਾਰਾਜ ਜੇ ਲੇਖ ਨਹੀਂ ਮਿਟਦੇ ਤੇ ਗੁਰੂ ਦੀ ਦਰਗਾਹ ਦੇ ਵਿੱਚ ਆਉਣ ਦਾ, ਗੁਰੂ ਦੇ ਦਰ ਤੇ ਆਉਣ ਦਾ ਫਿਰ ਕੀ ਫਾਇਦਾ ਏ। ਤੇ ਉਸ ਵੇਲੇ ਕਹਿੰਦੇ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਸਮਝਾਇਆ ਸੀ, ਰਾਤ ਨੂੰ ਉਹਦੇ ਸਾਰੇ ਜੰਮਣ ਮਰਨ ਦੇ ਜਿਹੜੇ ਗੇੜ ਸੀ ਕੱਟ ਦਿੱਤੇ ਸੀ, ਅਕਾਲ ਪੁਰਖ ਜੀ ਨੇ ਕੱਟ ਦਿੱਤੇ। ਤੇ ਮਹਾਰਾਜ ਕਹਿਣ ਲੱਗੇ ਨੇ, ਐ ਰਾਜਨ ਇਹ ਲੇਖ ਮਿਟ ਨਹੀਂ ਸਕਦੇ, ਪਰ ਯਾਦ ਰੱਖੀ ਜਿਹੜੇ ਲੇਖ ਲਿਖੇ ਹੋਏ ਜਿਹੜੇ ਦੁੱਖ ਆ ਨਾ, ਉਹ ਗੁਰੂ ਦੀ ਹਾਜ਼ਰੀ ਵਿੱਚ ਆਉਣ ਨਾਲ ਉਹ ਦੁੱਖ ਵੱਡੇ ਜਿਹੜੇ ਹੁੰਦੇ ਨੇ, ਉਹ ਪਰਮੇਸ਼ਰ ਕਿਰਪਾ ਕਰਦਾ ਏ, ਛੋਟਾ ਜਿਹਾ ਰੂਪ ਬਣਾ ਕਰਕੇ ਕੱਟ ਦਿੰਦਾ ਉਸ ਦੁੱਖ ਨੂੰ। ਜੇ ਕਹਿੰਦੇ ਸੂਲੀ ਤੇ ਚੜਨਾ ਏ, ਫਾਂਸੀ ਦੀ ਸਜ਼ਾ ਮਿਲਣੀ, ਤੇ ਕੰਡਾ ਮਾਰ ਕਰਕੇ ਤੇ ਉਹ ਦੁੱਖ ਨੂੰ ਕੱਟ ਦਿੰਦਾ ਏ ਗੁਰੂ। ਅਸੀਂ ਮੱਥਾ ਆਪਣਾ ਕਿਉਂ ਥੱਲੇ ਲਾਉਨੇ ਗੁਰੂ ਦੀ ਹਜ਼ੂਰੀ ਜਾ ਕੇ, ਵੀ ਮਾਲਕਾ ਆ ਮੱਥੇ ਦੇ ਕਰਮ ਜਿਹੜੇ ਨੇ, ਆ ਮੱਥੇ ਦੇ ਅੱਖਰ ਜਿਹੜੇ ਪੁੱਠੇ ਪਏ ਨੇ, ਕਿਰਪਾ ਕਰ ਇਹਨਾਂ ਨੂੰ ਸਿੱਧਿਆਂ ਕਰ ਦੇ। ਹੱਥ ਕਿਉਂ ਲਾਉਨੇ ਆ ਮਾਲਕਾ, ਆ ਹਸਤ ਰੇਖਾ ਨੇ ਜਿਹੜੀਆਂ ਹੱਥਾਂ ਦੀਆਂ ਲਕੀਰਾਂ ਜਿਹੜੀਆਂ ਪੁੱਠੀਆਂ ਪਈਆਂ ਨੇ, ਇਹਨਾਂ ਹੱਥਾਂ ਦੀਆਂ ਲਕੀਰਾਂ 'ਚ ਜਿਹੜੇ ਦੁੱਖ ਪਏ ਨੇ, ਕਿਰਪਾ ਕਰ ਦਇਆ ਕਰ ਇਹਨਾਂ ਦੁੱਖਾਂ ਨੂੰ ਮੇਟ ਦੇ, ਇਸ ਕਰਕੇ ਥੱਲੇ ਲਾਉਨੇ ਆ। ਮਹਾਰਾਜ ਕਹਿੰਦੇ ਲੇਖ ਮੇਟ ਨਹੀਂ ਸਕਦੇ, ਗੁਰੂ ਕਿਰਪਾ ਕਰਦਾ ਏ, ਜਿਹੜੇ ਦੁੱਖ ਹੁੰਦੇ ਨੇ ਉਹ ਕੰਡਿਆਂ ਦੇ ਰੂਪ ਦੇ ਵਿੱਚ ਸਾਰੇ ਤੁਹਾਡੇ ਗਲੋਂ ਲਾਹ ਦਿੰਦਾ ਏ। ਏਦਾਂ ਮਹਾਰਾਜ ਕਹਿਣ ਲੱਗੇ ਨੇ ਕਲਗੀਧਰ ਪਾਤਸ਼ਾਹ, ਕਰਮ ਸ਼ੁਭਾ ਸ਼ੁਭ ਮਿਟ ਹੈ ਨਾ ਕਾਹੀ। ਬਹਾਦਰ ਸ਼ਾਹ ਚੰਗੇ ਮਾੜੇ ਜਿਹੜੇ ਕਰਮ ਕੀਤੇ ਹੁੰਦੇ ਨੇ ਉਹ ਕਦੇ ਮਿਟਦੇ ਨਹੀਂ ਹਨ। ਸੁਨ ਕੇ ਸ਼ਾਹ ਬਹਾਦਰ ਮਾਨ। ਜਦੋਂ ਬਹਾਦਰ ਸ਼ਾਹ ਨੇ ਇਦਾਂ ਕਲਗੀਧਰ ਪਾਤਸ਼ਾਹ ਜੀ ਤੋਂ ਸੁਣਿਆ ਨਾ, ਸੁਣ ਕਰਕੇ ਤੇ ਮੌਨ ਚੁੱਪ ਕਰਕੇ ਬੈਠ ਗਿਆ ਹੈ। ਦ੍ਰਿਗ ਲਗ ਰਹੇ ਦਿਸ਼ਾ ਤ੍ਰਿਤਾਨ। ਤੇ ਜਿਹੜੀ ਉਹਦੀ ਦ੍ਰਿਗ ਸੀ ਨਾ, ਨਿਗਾਹ ਜਿਹੜੀ ਸੀ, ਉਹ ਉਸ ਕੁਆਰੀ ਕੰਨਿਆ ਦੇ ਉੱਪਰ ਹੀ ਟਿਕੀ ਹੋਈ ਹੈ, ਜਿਹੜੀ ਕੁਆਰੀ ਕੰਨਿਆ ਭਾਈ ਜਵਾਹਰ ਸਿੰਘ ਦੀ ਲੜਕੀ ਸੀ। ਵੇਖ ਲਓ ਬਈ ਕਾਮ ਕਿੱਡਾ ਜਿਹੜਾ ਬਲੀ ਆ। ਮਹਾਰਾਜ ਕਹਿੰਦੇ ਵਡਿਆਂ ਵਡਿਆਂ ਨੂੰ ਨਹੀਂ ਇਹ ਕਾਮ ਕ੍ਰੋਧ ਆਦਿਕ ਛੱਡ ਦੇ। ਬੈਠਾ ਹੋਇਆ ਵਚਨ ਕਰ ਰਿਹਾ, ਪਰ ਜਿਹੜਾ ਕਾਮ ਆ ਉਹ ਵੇਖ ਲਓ ਅਜੇ ਵੀ ਸਿਰ ਨੂੰ ਚੜਿਆ ਹੋਇਆ। ਇਹ ਜਿਹੜੀ ਨਿਗਾਹ ਏ ਉਹ ਉਸ ਕੁਆਰੀ ਕੰਨਿਆ ਦੇ ਵੱਲ ਹੈ ਇਹਦੀ। ਅਪਰ ਪ੍ਰਸੰਗ ਏਕ ਦੋਇ ਕਹੈ। ਹੋਰ ਇੱਕ ਦੋ ਪ੍ਰਸੰਗ ਜਿਹੜੇ ਹਨ ਉਹਨੇ ਮਹਾਰਾਜ ਜੀ ਦੇ ਤਾਈ ਕਹਿਣੇ ਕੀਤੇ ਹਨ। ਉੱਤਰ ਉਚਿਤ ਗੁਰੂ ਤੇ ਲਹੈ। ਏਦਾਂ ਉਚਿਤ ਉੱਤਰ ਜਿਹੜੇ ਸਨ ਉਹ ਗੁਰੂ ਸਾਹਿਬ ਜੀ ਤੋਂ ਉਹਨੇ ਪ੍ਰਾਪਤ ਕੀਤੇ ਹਨ। ਢਿਗ ਬੈਠਨ ਕਾਰਨ ਚਿਰਕਾਲ। ਕਿੰਨਾ ਕੋ ਚਿਰ ਮਹਾਰਾਜ ਜੀ ਦੇ ਕੋਲ ਬੈਠਣ ਕਰਕੇ ਕਰਹਿ ਬਾਰਤਾ ਕਿਸ ਕਿਸ ਖਿਆਲ। ਕਈ ਪ੍ਰਕਾਰ ਦੇ ਖਿਆਲ ਮਨ ਵਿੱਚ ਧਾਰਨ ਕਰਕੇ ਤੇ ਵਾਰਤਾ ਮਹਾਰਾਜ ਜੀ ਨੂੰ ਕਹਿੰਦਾ ਹੈ। ਉਹ ਬਹਾਦਰ ਸ਼ਾਹ ਕਈ ਪ੍ਰਕਾਰ ਦੀਆਂ ਗੱਲਾਂ ਤੋਰਦਾ ਹੈ। ਚਿਤ ਕੀ ਗਤ ਸਤ ਗੁਰ ਨੇ ਜਾਣੀ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਕਲਗੀਧਰ ਪਾਤਸ਼ਾਹ ਜੀ ਨੇ ਇਹਦੇ ਚਿੱਤ ਦੀ ਜਿਹੜੀ ਗਤੀ ਸੀ ਉਹ ਜਾਣ ਲੈਣਾ ਕੀਤੀ ਵੀ ਇਹਦੇ ਚਿੱਤ ਵਿੱਚ ਕੀ ਚੱਲ ਰਿਹਾ ਹੈ। ਸ਼ਾਹ ਬਹਾਦਰ ਸਾਥ ਬਖਾਨੀ। ਬਹਾਦਰ ਸ਼ਾਹ ਦੇ ਤਾਈ ਕਲਗੀਧਰ ਪਾਤਸ਼ਾਹ ਜੀ ਨੇ ਕਹਿਣਾ ਕੀਤਾ ਹੈ।
ਚਿਤ ਤੇਰੋ ਤ੍ਰਿਆ ਪਰ ਬਿਰਮਾਇਓ। ਮਹਾਰਾਜ ਕਹਿੰਦੇ ਬਹਾਦਰ ਸ਼ਾਹ ਜਿਹੜਾ ਚੇਤਿਆ ਤੇਰਾ ਉਹ ਕਿਤੇ ਹੋਰ ਜਗ੍ਹਾ ਤੇ ਬਿਰਮਾਇਓ, ਹੋਰ ਜਗ੍ਹਾ ਤੇ ਜਿਹੜਾ ਟਿਕਿਆ ਹੋਇਆ ਹੈ। ਚਿਤ ਤੇਰੋ ਤ੍ਰਿਆ ਪਰ ਬਿਰਮਾਇਓ। ਮਹਾਰਾਜ ਕਹਿੰਦੇ ਨੇ ਐ ਬਹਾਦਰ ਸ਼ਾਹ ਜਿਹੜਾ ਤੇਰਾ ਚੇਤਿਆ ਨਾ ਉਹ ਕੁਆਰੀ ਕੰਨਿਆਂ ਦੇ ਉੱਪਰ ਜਿਹੜਾ ਹੈ ਬਿਰਮਾਇਆ ਹੋਇਆ, ਟਿਕਿਆ ਹੋਇਆ ਹੈ। ਅਸੀਂ ਇਦਾਂ ਜਾਣਿਆ ਹੈ ਜੇ ਚਾਹਤ ਦੇਹ ਸਾਚ ਬਤਾਇਓ। ਜੇ ਚਾਹਤ, ਜੇ ਸੱਚੀ ਤੇਰਾ ਚਿੱਤ ਚਾਹੁੰਦਾ ਏ ਤੇ ਸੱਚ ਦੱਸਣਾ ਕਰ ਸਾਨੂੰ। ਕਪਟ ਨ ਧਰਿਓ ਸਮੀਪ ਹਮਾਰੀ। ਸਾਡੇ ਸਮੀਪ ਸਾਡੇ ਕੋਲ ਬਹਿ ਕਰਕੇ ਤੇ ਕਪਟ ਜਿਹੜਾ ਉਹਨੂੰ ਧਾਰਨਾ ਨਾ ਕਰ, ਝੂਠ ਫਰੇਬ ਦਾ ਲਿਬਾਸ ਨਾ ਧਾਰਨ ਕਰ ਸਾਡੇ ਕੋਲ ਬੈਠ ਕਰਕੇ। ਜਿਮ ਔਰ ਮਹਿ ਤਮ ਦੇਹੋ ਉਚਾਰੀ। ਜਿੱਦਾਂ ਦਾ ਕਹਿੰਦੇ ਨੇ ਹਿਰਦੇ ਦੇ ਵਿੱਚ ਤੇਰੇ ਵਿਚਾਰ ਚੱਲ ਰਿਹਾ ਹੈ ਉਦਾਂ ਦਾ ਸਾਡੇ ਤਾਈਂ ਦੱਸਣਾ ਕਰ। ਡਰਤ ਸ਼ਾਹ ਕਰ ਜੋਰ ਬਖਾਨੀ। ਡਰਦਾ ਵੀ ਆ ਬਹਾਦਰ ਸ਼ਾਹ ਵੀ ਕਲਗੀਧਰ ਪਾਤਸ਼ਾਹ ਕਿਤੇ ਲੰਮੇ ਨਾ ਪਾ ਲੈਣ ਮੈਨੂੰ ਨਾਲ ਹੀ। ਇਦਾਂ ਕਹਿੰਦੇ ਹੱਥ ਜੋੜ ਕਰਕੇ ਡਰਦੇ ਹੋਏ ਨੇ ਮਹਾਰਾਜ ਨੂੰ ਕਹਿਣਾ ਕੀਤਾ ਹੈ। ਸ੍ਰੀ ਗੁਰ ਤੁਮ ਤੇ ਕਛੂ ਨਿਸ਼ਾਨੀ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਤੁਹਾਡੇ ਕੋਲੋਂ ਕੁਝ ਵੀ ਲੁਕਿਆ ਛਿਪਿਆ ਨਹੀਂ ਹੈ। ਸਭ ਕਟ ਕਟ ਕੀ ਜਾਣਨ ਹਾਰੇ। ਸਾਰਿਆਂ ਦੇ ਦਿਲਾਂ ਦੀ ਮਹਾਰਾਜ ਤੁਸੀਂ ਜਾਣਦੇ ਜੋ। ਕਰਹਿ ਦੁਰਾਓ ਸੋ ਮੂੜ ਵਿਚਾਰੇ। ਮਹਾਰਾਜ ਜੀਓ ਜਿਹੜੇ ਕਰਹਿ ਦੁਰਾਓ ਸੋ ਮੂੜ ਵਿਚਾਰੇ, ਇਹ ਜਿਹੜੇ ਵਿਚਾਰੇ ਮੂੜ ਹਨ, ਮੂਰਖ ਹਨ, ਉਹ ਕਿਵੇਂ ਤੁਹਾਡੇ ਕੋਲੋਂ ਕੁਝ ਲੁਕਾ ਸਕਦੇ ਹਨ। ਫੇਰਤ ਹੀ ਬਿਰਮਿਓ ਮਨ ਮੋਰਾ। ਮਹਾਰਾਜ ਜੀਓ ਜਦੋਂ ਇਸ ਲੜਕੀ ਦੇ ਵੱਲ ਅਸੀਂ ਤੱਕਣਾ ਕੀਤਾ ਸੀ ਉਦੋਂ ਹੀ ਸਾਡਾ ਮਨ ਲੋਭਾਈਵਾਨ ਹੋ ਗਿਆ ਸੀ। ਸਭ ਤੇ ਲਾਗੇ ਦ੍ਰਿਗ ਇਸ ਓਰਾ। ਇਸ ਓਰਾ ਇਸ ਵੱਲ ਉਦੋਂ ਦੇ ਕਹਿੰਦੇ ਸਾਡੀ ਨਿਗਾਹ ਜਿਹੜੀ ਹੈ ਉਹ ਲੱਗ ਗਈ ਸੀ। ਸੁਨਤ ਸਾਚ ਕੋ ਗੁਰੂ ਉਚਾਰਾ। ਜਦੋਂ ਸੱਚ ਸੁਣਿਆ ਇਹਨਾਂ ਮਹਾਰਾਜ ਜੀ ਨੇ ਤੇ ਸੱਚ ਸੁਣ ਕਰਕੇ ਮਹਾਰਾਜ ਜੀ ਨੇ ਫਿਰ ਕਹਿਣਾ ਕੀਤਾ ਹੈ। ਜੇ ਲੋਭਿਓ ਮਨ ਏਵ ਤੁਹਾਰਾ। ਮਹਾਰਾਜ ਕਹਿੰਦੇ ਜੇ ਤੇਰਾ ਮਨ ਏਦਾਂ ਲੋਭਾਏਮਾਨ ਹੋ ਗਿਆ ਹੈ ਤਾਂ ਸੰਜ ਸਮੈ ਹਮ ਦੇਹ ਪੁਚਾਈ। ਕਲਗੀਧਰ ਪਾਤਸ਼ਾਹ ਕਹਿੰਦੇ ਸ਼ਾਮ ਦੇ ਸਮੇਂ ਤੱਕ ਜਿਹੜੀ ਹੈ ਇਹ ਲੜਕੀ ਤੁਹਾਡੇ ਵੱਲ ਆਵੇਗੀ। ਪੁਰਹੁ ਕਾਮਨਾ ਆਪਨ ਸਥਾਈ। ਆਪਨ ਸਥਾਈ ਆਪਣੇ ਸਥਾਨ ਤੇ ਹੁਣ ਤੂੰ ਜਾਣਾ ਕਰ। ਹਰਖਤ ਸ਼ਾਹ ਉਠਿਓ ਕਰ ਨਮੋ। ਨਮੋ ਕਰਕੇ ਨਮਸਕਾਰ ਕਰਕੇ ਤੇ ਖੁਸ਼ ਹੋ ਕਰਕੇ ਤੇ ਜਿਹੜਾ ਬਹਾਦਰ ਸ਼ਾਹ ਸੀ ਚਲਿਆ ਗਿਆ ਆਪਣੇ ਜਿਹੜਾ ਸੀ ਉਹ ਰਾਜ ਮਹਿਲ ਵੱਲ। ਪਹੁੰਚਿਓ ਜਾਏ ਪ੍ਰਤੀਖਤ ਸਮੋ। ਤੇ ਪਹੁੰਚ ਗਿਆ ਜਾ ਕਰਕੇ ਤੇ ਉਡੀਕ ਕਰ ਰਿਹਾ ਏ ਕਿਸ ਸਮੇਂ ਮਹਾਰਾਜ ਉਹਨਾਂ ਨੂੰ ਭੇਜਣਗੇ। ਸਿੱਖ ਕੀ ਸੁਤਾ ਬੰਦ ਕਰ ਹਾਥ। ਕਲਗੀਧਰ ਪਾਤਸ਼ਾਹ ਜੀ ਦੇ ਕੋਲ ਹੱਥ ਜੋੜ ਕਰਕੇ ਤੇ ਉਹ ਜਿਹੜੀ ਲੜਕੀ ਸੀ ਉਹ ਕਹਿਣ ਲੱਗੀ ਹੈ। ਸ੍ਰੀ ਪ੍ਰਭ ਕਹਾਂ ਕਰੀ ਮੁਝ ਸਾਥ। ਮਹਾਰਾਜ ਜੀਓ ਇਹ ਮੇਰੇ ਨਾਲ ਤੁਸਾਂ ਨੇ ਕੀ ਨਿਆਂ ਕੀਤਾ ਹੈ। ਧਰਮ ਉਬਾਰਨ ਹਿਤ ਤੁਮ ਧਿਆਵੈ। ਮਹਾਰਾਜ ਜੀਓ ਅਸੀਂ ਜਿਹੜਾ ਸੀ ਧਰਮ ਉਬਾਰਨ ਹਿਤ ਤੁਮ ਧਿਆਵੈ, ਧਰਮ ਨੂੰ ਬਚਾਉਣ ਵਾਸਤੇ ਤੇ ਮਹਾਰਾਜ ਤੁਹਾਨੂੰ ਯਾਦ ਕਰੀਦਾ ਹੈ। ਅਨਕ ਬਿਗਨ ਤੇ ਜਨਨ ਬਚਾਵੈ। ਅਨਕ ਅਨੇਕਾਂ ਤਰੀਕਿਆਂ ਦੇ ਕਰਕੇ ਮਹਾਰਾਜ ਤੁਸੀਂ ਆਪਣੇ ਸਿੱਖਾਂ ਨੂੰ ਆਪਣੇ ਸੇਵਕਾਂ ਨੂੰ ਬਚਾਉਂਦੇ ਜੋ। ਆਪਣੇ ਸੇਵਕ ਕੀ ਆਪੇ ਰਾਖੈ ਆਪੇ ਨਾਮ ਜਪਾਵੈ। ਮਹਾਰਾਜ ਤੁਹਾਡਾ ਤੇ ਮੁੱਢ ਕਦੀਮਾਂ ਦਾ ਸੁਭਾਅ ਏ, ਤੁਹਾਡਾ ਤੇ ਜੁਗਾਂ ਜੁਗਾਂ ਦਾ ਸੁਭਾਅ ਏ। ਆਪਣੇ ਸੇਵਕ ਕੀ ਆਪੇ ਰਾਖੈ, ਆਪਣੇ ਸੇਵਕ ਦੀ ਆਪ ਇੱਜ਼ਤ ਪਤ ਰੱਖਦੇ ਜੋ ਤੁਸੀਂ। ਆਪੇ ਨਾਮ ਜਪਾਵੈ, ਆਪ ਹੀ ਨਾਮ ਜਪਾਉਂਦੇ ਜੋ ਉਹ ਆਪਣੇ ਸੇਵਕ ਦੇ ਕੋਲੋਂ। ਜਹ ਜਹ ਕਾਜ ਕਿਰਤ ਸੇਵਕ ਕੀ ਤਹਾ ਤਹਾ ਉੱਠ ਧਾਵੈ। ਤੁਹਾਡਾ ਤੇ ਸੁਭਾਅ ਏ ਜਿੱਥੇ ਵੀ ਸੇਵਕ ਨੂੰ ਕੰਮ ਪੈ ਜਾਵੇ ਤੇ ਦੌੜ ਕਰਕੇ ਮਹਾਰਾਜ ਤੁਸੀਂ ਉਸ ਜਗ੍ਹਾ ਤੇ ਚਲੇ ਜਾਂਦੇ ਜੋ, ਆਪ ਚਲੇ ਜਾਂਦੇ ਜੋ ਉਹਦੀ ਰੱਖਿਆ ਕਰਨ ਵਾਸਤੇ। ਪਰ ਮਹਾਰਾਜ ਮੇਰੇ ਨਾਲ ਅੱਜ ਕਿਉਂ ਨਿਆਂ ਕੀਤਾ ਹੈ। ਮੇਰੋ ਧਰਮ ਆਪ ਕਿਉਂ ਨਾਸ਼ਾ। ਆਪ ਜੀਆਂ ਨੇ ਕਿਉਂ ਮੇਰਾ ਧਰਮ ਅੱਜ ਨਾਸ਼ ਕੀਤਾ ਹੈ। ਤੁਰਕ ਸੰਗ ਹੋਏ ਮੇਲ ਪ੍ਰਕਾਸ਼ਾ। ਤੇ ਕਰ ਉਹ ਜਿਹੜਾ ਤੁਰਕਿਆ ਉਹਦੇ ਨਾਲ ਜਿਹੜਾ ਮੇਰਾ ਮੇਲ ਹੋਵੇਗਾ। ਇਦਾਂ ਦੇ ਬਚਨ ਤੁਸੀਂ ਪ੍ਰਕਾਸ਼ ਕੀਤੇ ਹਨ। ਮਹਾਂ ਚਿੰਤ ਉਪਜੀ ਚਿਤ ਮਾਹੀ। ਉਹਦੇ ਚਿੱਤ ਦੇ ਵਿੱਚ, ਲੜਕੀ ਦੇ ਚਿੱਤ ਦੇ ਵਿੱਚ ਬਹੁਤ ਜਿਹੜੀ ਚਿੰਤਾ ਸੀ ਉਹ ਪ੍ਰਗਟ ਹੋ ਗਈ। ਤੇ ਉਸ ਲੜਕੀ ਦੀ ਮਹਾਰਾਜ ਜਿਹੜੀ ਕਲਗੀਧਰ ਪਾਤਸ਼ਾਹ ਜੀ ਨੇ ਕਿਸ ਤਰੀਕੇ ਦੇ ਨਾਲ ਇੱਜ਼ਤ ਪਾਤ ਰੱਖਣੀ ਹੈ ਉਹ ਅੱਗੇ ਆ ਰਹੇ ਹਨ। ਗੁਰ ਕੇ ਕਹੇ ਜਾਉ ਜੇ ਨਾਹੀ। ਜੇ ਗੁਰੂ ਸਾਹਿਬ ਜੀ ਤੁਹਾਡੇ ਕਿਹਾ ਹੋਇਆ ਬਚਨ ਨਾ ਮੰਨਾ,
ਤੁਹਾਡੇ ਬਚਨ ਨੂੰ ਮੰਨ ਕਰਕੇ ਜੇ ਮੈਂ ਨਹੀਂ ਜਾਂਦੀ ਹੁਣ, ਮਹਾਦੋਸ਼ ਮੋਰ ਸਿਰ ਸੋਏ। ਮੇਰੇ ਸਿਰ ਤੇ ਬਹੁਤ ਵੱਡਾ ਦੋਸ਼ ਜਿਹੜਾ ਹੈ ਆਨ ਪਵੇਗਾ। ਜਾਉ ਜੇ ਧਰਮ ਬਿਨਾਸ਼ੀ ਹੋਏ। ਜੇ ਮਹਾਰਾਜ ਮੈਂ ਜਾਨੀ ਆ ਤੇ ਮੇਰਾ ਧਰਮ ਜਿਹੜਾ ਹੈ ਉਹ ਨਾਸ਼ ਹੁੰਦਾ ਹੈ, ਮੈਂ ਕਿਹੜੇ ਪਾਸੇ ਜਾਵਾਂ ਹੁਣ। ਸੁਨ ਕਰ ਸ੍ਰੀ ਮੁਖ ਤੇ ਬਿਕਸਾਨੇ। ਕਲਗੀਧਰ ਪਾਤਸ਼ਾਹ ਜੀ ਨੇ ਸੁਣ ਕਰਕੇ ਨਾ ਉਸ ਬੱਚੀ ਤੋਂ, ਉਸ ਲੜਕੀ ਤੋਂ ਤੇ ਮਹਾਰਾਜ ਮੁਸਕਰਾਉਣ ਲੱਗ ਪਏ। ਸਾਧ ਸਾਧ ਤਹ ਸਾਥ ਬਖਾਨੇ। ਕਲਗੀਧਰ ਪਾਤਸ਼ਾਹ ਜੀ ਨੇ ਕਿਹਾ, ਐ ਬੱਚੀ, ਐ ਧੀਏ, ਸ਼ਾਬਾਸ਼ ਹੈ ਤੈਨੂੰ, ਸ਼ਾਬਾਸ਼ ਹੈ। ਗਮਨਹੁ ਤਹ ਥਾਂ ਕਹੇ ਤੁਮਾਰੇ। ਸਾਡਾ ਕਹਿਆ ਮਨ ਕਰਕੇ ਤੇ ਤੂੰ ਉਸ ਜਗ੍ਹਾ ਵੱਲ ਨੂੰ ਜਾਣਾ ਕਰ। ਤੋਹੇ ਧਰਮ ਕੇ ਹਮ ਰਖਵਾਰੇ। ਮਹਾਰਾਜ ਕਹਿੰਦੇ ਅਸੀਂ ਰਖਵਾਲੇ ਆ ਤੇਰੇ ਧਰਮ ਦੇ, ਤੇਰੇ ਧਰਮ ਦੇ ਵਿੱਚ, ਤੇਰੀ ਇੱਜ਼ਤ ਦੇ ਵਿੱਚ ਕੋਈ ਆਂਚ ਨਹੀਂ ਆਉਣ ਦੇਵਾਂਗੇ। ਸ਼ਾਹੋ ਏਕ ਨਰ ਤਿਆਗ ਸੋ ਗਇਓ। ਜਦੋਂ ਬਹਾਦਰ ਸ਼ਾਹ ਨੂੰ ਕਲਗੀਧਰ ਬਾਦਸ਼ਾਹ ਜੀ ਨੇ ਕਿਹਾ ਸੀ ਨਾ, ਜਾ ਬਹਾਦਰ ਸ਼ਾਹ ਆਪਣੇ ਰਾਜ ਮਹਿਲਾਂ ਨੂੰ ਜਾ, ਤੇ ਆਪਣਾ ਇੱਕ ਦੂਤ, ਆਪਣਾ ਇੱਕ ਬੰਦਾ ਜਿਹੜਾ ਸੀ ਕਲਗੀਧਰ ਬਾਦਸ਼ਾਹ ਜੀ ਦੇ ਕੋਲ ਛੱਡ ਗਿਆ ਸੀ ਬਹਾਦਰ ਸ਼ਾਹ। ਏਕ ਸਿੱਖ ਸ੍ਰੀ ਗੁਰ ਸੰਗ ਦਇਓ। ਤੇ ਦੂਜਾ ਇੱਕ ਉਹਨੇ ਦੂਤ ਛੱਡਿਆ ਸੀ, ਤੇ ਇੱਕ ਸਿੱਖ ਕਲਗੀਧਰ ਬਾਦਸ਼ਾਹ ਜੀ ਨੇ ਹੁਣ ਦਿੱਤਾ ਹੈ। 2 ਜਾਣੇ ਹੋ ਗਏ ਹਨ। ਦੋਨੋਂ ਕੇ ਮਦ ਹੋਇ ਕਰ ਚਲੀ। ਦੋਹਾਂ ਦੇ ਵਿਚਕਾਰ ਉਸ ਲੜਕੀ ਨੂੰ ਜਿਹੜਾ ਹੈ ਉਹ ਤੋਰ ਦਿੱਤਾ। ਉਸ ਲੜਕੀ ਦੇ ਨਾਲ 2 ਸਿੰਘਾਂ ਨੂੰ, ਇੱਕ ਸਿੰਘ ਮਹਾਰਾਜ ਜੀ ਦਾ ਤੇ ਇੱਕ ਬਹਾਦਰ ਸ਼ਾਹ ਦਾ ਦੂਤ ਹੈ, ਦੋਵੇਂ ਜਾਣੇ ਨਾਲ ਉਹਨਾਂ ਦੇ ਤੁਰ ਪਏ ਹਨ। ਗੁਰੂ ਬਾਕ ਤੇ ਕਿਉ ਹੂੰ ਨ ਟਲੀ। ਗੁਰੂ ਸਾਹਿਬ ਜੀ ਦਾ ਜਿਹੜਾ ਬਚਨ ਸੀ ਉਹ ਕਿਵੇਂ ਗੁਰ ਸੰਗਤ ਜੀਓ, ਗੁਰੂ ਬਾਕ ਤੇ ਕਿਉਂ ਹੂੰ ਨਾ ਟਲੀ। ਕਿਸੇ ਪ੍ਰਕਾਰ ਗੁਰੂ ਸਾਹਿਬ ਜੀ ਦਾ ਬਚਨ ਟਾਲ ਨਹੀਂ ਸੀ ਸਕਦੀ ਉਹ ਲੜਕੀ। ਆਗੇ ਸ਼ਾਹ ਪ੍ਰਤੀਖਤ ਬੈਸਾ। ਅੱਗੇ ਜਿਹੜਾ ਬਹਾਦਰ ਸ਼ਾਹ ਸੀ ਨਾ, ਉਡੀਕ ਦੇ ਵਿੱਚ ਬੈਠਾ ਹੋਇਆ ਸੀ। ਲਾਗੇ ਘਾਵ ਪੀੜਤ ਹੋਵੇ ਜੈਸਾ। ਐਉਂ ਕਹਿੰਦੇ ਨੇ ਬੈਠਾ ਹੋਇਆ ਸੀ ਜਿਵੇਂ ਕੋਈ ਕਿਸੇ ਦੇ ਸਰੀਰ ਨੂੰ ਫੱਟ ਲੱਗੇ ਹੋਣ ਨਾ, ਚੀਰ ਆਇਆ ਹੋਵੇ ਨਾ, ਲੱਗੇ ਘਾਵ, ਪੀੜਤ ਹੋਵੇ ਜੈਸਾ, ਜਿਵੇਂ ਕਿਸੇ ਦੇ ਸਰੀਰ ਨੂੰ ਘਾਵ ਲੱਗੇ ਹੁਣ, ਜ਼ਖਮੀ ਹੋਇਆ ਹੋਵੇ ਤੇ ਸਰੀਰ ਜ਼ਖਮਾਂ ਕਰਕੇ ਪੀੜਤ ਹੁੰਦਾ ਨਾ, ਦੁਖੀ ਹੁੰਦਾ ਨਾ, ਇਦਾਂ ਕਹਿੰਦੇ ਕਾਮ ਦੀ ਪੀੜਾ ਕਰਕੇ ਦੁਖੀ ਹੋ ਰਿਹਾ ਸੀ ਜਿਹੜਾ ਬਹਾਦਰ ਸ਼ਾਹ ਸੀ। ਦਿਖੀ ਦੂਰ ਤੇ ਆਵਤ ਸੋ। ਜਦੋਂ ਉਹਨੇ ਉਸ ਲੜਕੀ ਨੂੰ ਦੂਰ ਤੋਂ ਆਉਂਦੀ ਹੋਈ ਨੂੰ ਵੇਖਿਆ, ਤੱਕਿਆ ਹੈ, ਦੋਨੋਂ ਦਿਸ਼ ਮਹਿ ਕੇ ਹਰ ਦੋ। ਤੇ ਕੀ ਤੱਕਦਾ ਬਹਾਦਰ ਸ਼ਾਹ, ਕੀ ਵੇਖਦਾ ਵੀ ਉਹ ਲੜਕੀ ਆ ਰਹੀ ਆ, ਤੇ 2 ਪਾਸੇ ਉਹਦੇ 2 ਕੇਹਰ, 2 ਬੱਬਰ ਸ਼ੇਰ ਆ ਰਹੇ ਹਨ। ਪਕਰੇ ਕਾਨ ਦੋਹਨ ਕੇ ਆਵਤ। ਲੜਕੀ ਆ ਰਹੀ ਤੇ ਲੜਕੀ ਨੇ ਦੋਵਾਂ ਹੀ ਸ਼ੇਰਾਂ ਦੇ 2 ਕੰਨ ਫੜੇ ਹੋਏ ਨੇ, ਦੋਵੇਂ ਪਾਸਿਆਂ ਤੇ 2 ਕੰਨ ਫੜ ਕੇ ਨਾਲ ਨਾਲ ਤੁਰੀ ਆ ਰਹੀ ਹੈ। ਸ਼ਾਹ ਬਹਾਦਰ ਦਿਖ ਭੈ ਪਾਵਤ। ਜਦੋਂ ਬਹਾਦਰ ਸ਼ਾਹ ਨੇ ਵੇਖਿਆ ਤੇ ਕਵੀ ਜੀ ਮਹਾਰਾਜ ਕਹਿੰਦੇ ਬਹੁਤ ਭੈ ਦੇ ਵਿੱਚ ਆ ਗਿਆ, ਬੜੇ ਡਰ ਦੇ ਵਿੱਚ ਆ ਗਿਆ। ਡਰਦਾ ਹੋਇਆ ਕਹਿੰਦੇ ਫਿਰ ਉਚਾਰਨ ਲੱਗਾ ਹੈ, ਏ ਬੜ ਜ਼ਾਲਮ ਤ੍ਰਿਆ ਨਿਹਾਰੀ। ਕਹਿਣ ਲੱਗਾ ਓ ਇਹ ਤੇ ਜ਼ਾਲਮ ਇਸਤਰੀ ਆ, ਇਸ ਇਸਤਰੀ ਨੂੰ ਜਿਹੜਾ ਇਹ ਪਿਛਾਂ ਮੋੜ ਦੇਣਾ ਕਰੋ। ਪਹੁੰਚਹਿ ਨਿਕਟ ਦੇਹ ਮੁਝ ਮਾਰੀ। ਕਹਿੰਦੇ ਨੇ ਵੀ ਜਦੋਂ ਇਹ ਮੇਰੇ ਕੋਲ ਪਹੁੰਚ ਗਈ ਲੜਕੀ, ਤੇ ਇਹਦੇ ਨਾਲ ਜਿਹੜੇ ਸ਼ੇਰ ਨੇ ਉਹ ਮੈਨੂੰ ਖਾ ਜਾਣਗੇ, ਮੇਰਾ ਨੁਕਸਾਨ ਕਰ ਦੇਣਗੇ, ਮਾਰ ਦੇਣਗੇ। ਜਿਉਂ ਜਿਉਂ ਨਿਕਟ ਆਏ ਡਰ ਧਾਰਤ। ਜਿੱਦਾਂ ਜਿੱਦਾਂ ਨੇੜੇ ਆਉਂਦੇ ਜਾਂਦੇ ਨੇ ਉਹ ਲੜਕੀ ਤੇ ਉਹ ਸ਼ੇਰ, ਉਹ ਸਿੰਘ, ਇਦਾਂ ਕਹਿੰਦੇ ਤਿਉਂ ਤਿਉਂ ਡਰੀ ਜਾ ਰਿਹਾ ਹੈ। ਦੇਤ ਨਰਨ ਕੋ ਹਾਥ ਇਸ਼ਾਰਤ। ਆਪਣੇ ਨਰਨ, ਆਪਣੇ ਹੋਰ ਜਿਹੜੇ ਦੂਤ ਸੀ, ਉਹਨਾਂ ਨੂੰ ਇਸ਼ਾਰੇ ਜਿਹੜਾ ਉਹ ਕਰੀ ਜਾ ਰਿਹਾ ਹੈ ਵਾਰ-ਵਾਰ। ਸ਼ੀਗਰ ਜਾਹੋ ਇਸ ਲੈ ਪਛਾਤੀ। ਤੇ ਡਰਦਾ ਹੋਇਆ ਪੁਕਾਰਾ ਮਾਰਦਾ ਏ ਉਹ ਜਿਹੜੀ ਲੜਕੀ ਆ, ਉਹਨੂੰ ਛੇਤੀ ਦੇ ਨਾਲ ਪਿਛਾਂ ਮੋੜ ਦੇਣਾ ਕਰੋ। ਧੀਰਗ ਕਰੂਰਾ ਮੈਂ ਇਸ ਜਾਤੀ। ਮੈਂ ਇਹਨੂੰ ਜਿਹੜਾ ਹੈ ਬਹੁਤ ਭਿਆਨਕ ਜਾਣਿਆ ਵੀ ਲੜਕੀ ਬਹੁਤ ਭਿਆਨਕ ਅਤੇ ਝੂਠੀ ਹੈ। ਦੂਤ ਸ਼ਾਹ ਕੋ ਅਰ ਸਿੱਖ ਦੋ। ਸ਼ਾਹੂ ਦਾ, ਬਹਾਦਰ ਸ਼ਾਹ ਦਾ ਇੱਕ ਦੂਤ ਤੇ ਇੱਕ ਮਹਾਰਾਜ ਦਾ ਜਿਹੜਾ ਸਿੱਖ ਸੀ, ਜਿਹੜੇ ਦੋਵੇਂ ਹੀ ਉਸ ਲੜਕੀ ਦੇ ਨਾਲ ਆ ਰਹੇ ਸਨ। ਸ਼ਾਹ ਇਸ਼ਾਰਤ ਕੋ
ਲਖ ਸੋਊ। ਬਹਾਦਰ ਸ਼ਾਹ ਦੇ ਇਸ਼ਾਰੇ ਨੂੰ ਉਹਨਾਂ ਨੇ ਜਾਣ ਲੈਣਾ ਕੀਤਾ ਵੀ ਬਹਾਦਰ ਸ਼ਾਹ ਹੁਣ ਡਰ ਗਿਆ ਏ। ਡਰਦਾ ਹੋਇਆ ਹੁਣ ਇਸ਼ਾਰੇ ਕਰ ਰਿਹਾ ਵੀ ਲੜਕੀ ਪਿਛਾਂ ਲੈ ਜਾਓ। ਤਤ ਛਿਨ ਪੀਛੇ ਦਈ ਹਟਾਏ। ਛੇਤੀ ਦੇ ਨਾਲ ਹੀ ਉਹ ਮਹਾਰਾਜ ਜੀ ਦੇ ਸਿੱਖ ਨੇ ਤੇ ਬਹਾਦਰ ਸ਼ਾਹ ਦੇ ਦੂਤ ਨੇ ਉਸ ਲੜਕੀ ਨੂੰ ਬੇਨਤੀ ਕੀਤੀ ਵੀ ਸਾਨੂੰ ਪਿਛਾਂ ਚਲੇ ਜਾਣਾ ਚਾਹੀਦਾ ਹੈ। ਪਹੁੰਚੀ ਸ਼ੀਗਰ ਗੁਰੂ ਟਗ ਆਏ। ਛੇਤੀ ਦੇ ਨਾਲ ਹੀ ਉਹ ਲੜਕੀ ਜਿਹੜੀ ਸੀ ਵਾਪਸ ਗੁਰੂ ਸਾਹਿਬ ਮਹਾਰਾਜ ਜੀ ਦੇ ਕੋਲ ਆ ਗਈ ਹੈ। ਧੰਨ ਧੰਨ ਕਹਿ ਪਾਇਨ ਪਰੀ। ਧੰਨ ਹੋ ਕਲਗੀਧਰ ਪਾਸ਼ਾ, ਧੰਨ ਹੋ ਕਲਗੀਧਰ ਪਾਸ਼ਾ, ਇਦਾਂ ਕਹਿ ਕਰਕੇ ਤੇ ਪਾਇਨ ਮਹਾਰਾਜ ਜੀ ਦੇ ਚਰਨਾਂ ਤੇ ਆ ਕੇ ਨਮਸਕਾਰ ਕੀਤੀ ਹੈ ਉਸ ਲੜਕੀ ਨੇ। ਮਹਾ ਪਾਪ ਤੇ ਰੱਛਾ ਕਰੀ। ਮਹਾਰਾਜ ਜੀ ਉਹ ਬਹੁਤ ਵੱਡੇ ਪਾਪ ਤੋਂ ਅੱਜ ਮੇਰੀ ਰੱਖਿਆ ਕੀਤੀ ਜੇ। ਜਿਹੜਾ ਨਾਮ ਜਪਦਾ ਇਹ ਨਾ ਸਦਾ ਹੀ ਉਹਦੀ ਰੱਖਿਆ ਕਰਦਾ ਪਰਮੇਸ਼ਰ। ਮਹਾਰਾਜ ਕਹਿੰਦੇ ਇਹ ਸੰਸਾਰ ਤੇ ਕੀ, ਸੰਸਾਰ ਦੇ ਲੋਕਾਂ ਦਾ ਡਰ ਤੇ ਕੀ, ਜਮਾਂ ਦਾ ਡਰ ਵੀ ਉਹਨੂੰ ਨਹੀਂ ਲੱਗਦਾ ਜਿਹੜਾ ਪਰਮੇਸ਼ਰ ਨੂੰ ਯਾਦ ਕਰਦਾ ਏ। ਜਿਨ ਨਿਰਭਉ, ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਉਹਨਾਂ ਦਾ ਸਾਰਾ ਹੀ ਭਉ ਚਲਿਆ ਜਾਂਦਾ, ਮੌਤ ਦਾ ਵੀ, ਜਮਾਂ ਦਾ ਵੀ ਤੇ ਦੁਨੀਆ ਦੇ ਲੋਕਾਂ ਦਾ ਵੀ। ਸੁਣ ਕੇ ਜਮ ਕੇ ਦੂਤ ਨਾਏ ਤੇਰਾ ਛੱਡ ਜਾਏ। ਤੇਰਾ ਨਾਮ ਸੁਣ ਕੇ ਤੇ ਜਿਹੜੇ ਜਮਦੂਤ ਨੇ ਉਹ ਵੀ ਛੱਡ ਜਾਂਦੇ ਨੇ। ਦੁਨੀਆ ਦੇ ਲੋਕਾਂ ਦਾ ਡਰ ਤੇ ਦੂਰ ਦੀ ਗੱਲ ਆ। ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌਗਿਰਦ ਹਮਾਰੇ। RAM ਨਾਮ ਮਨ ਲਾਗਾ ਜਮ ਲੱਜਾ ਏ ਕਰ ਭਾਗਾ। ਕਹਿੰਦੇ ਨੇ ਜਮ ਜਿਹੜਾ ਇਹ ਵੀ ਲੱਜਾ ਹੋ ਕਰਕੇ, ਸ਼ਰਮਸਾਰ ਹੋ ਕਰਕੇ ਭੱਜ ਜਾਂਦਾ, ਦੌੜ ਜਾਂਦਾ ਜਿਹੜਾ ਨਾਮ ਜਪਦਾ ਏ। ਰੋਜ਼ ਹੀ ਕਲਗੀਧਰ ਪਾਤਸ਼ਾਹ ਜੀ ਦੇ ਚਰਨਾਂ ਦਾ ਧਿਆਨ ਧਰਦੀ ਸੀ। ਅੱਜ ਕਲਗੀਧਰ ਪਾਤਸ਼ਾਹ ਜੀ ਨੇ ਇੱਜ਼ਤ ਪੱਤ ਰੱਖੀ। ਤੇ ਜੇ ਇੱਥੇ ਕਲਗੀਧਰ ਪਾਤਸ਼ਾਹ ਜੀ ਉਸ ਬਹਾਦਰ ਸ਼ਾਹ ਨੂੰ ਵਾਪਸ ਭੇਜ ਦਿੰਦੇ ਨਾ ਤੇ ਹੋ ਸਕਦਾ ਸੀ ਬਹਾਦਰ ਸ਼ਾਹ ਚਲਿਆ ਜਾਂਦਾ। ਪਰ ਦੁਬਾਰਾ ਜਦੋਂ ਉਸ ਲੜਕੀ ਦੇ ਉੱਪਰ ਹੋ ਸਕਦਾ ਸੀ ਹਮਲਾ ਕਰ ਦਿੰਦਾ, ਦੁਬਾਰਾ ਹੋ ਸਕਦਾ ਸੀ ਫੌਜਾਂ ਲੈ ਕੇ ਤੇ ਉਹ ਲੜਕੀ ਦੇ ਪਿਤਾ ਨੂੰ ਤੰਗ ਕਰਦਾ, ਜ਼ਬਰਦਸਤੀ ਉਸ ਲੜਕੀ ਨੂੰ ਚੱਕ ਕੇ ਲੈ ਜਾਂਦਾ ਰਾਜ ਮਹਿਲਾਂ ਵਿੱਚ। ਇਦਾਂ ਮਹਾਰਾਜ ਨੇ ਉਹ ਜਿਹੜਾ ਵੱਡਾ ਸੰਕਟ ਸੀ ਨਾ ਉਹਨਾਂ ਦੇ ਪਰਿਵਾਰ ਤੇ ਆਉਣਾ ਸੀ, ਉਹਨਾਂ ਦੀ ਇੱਜ਼ਤ ਤੇ ਆਉਣਾ ਸੀ, ਉਹ ਸਾਰਾ ਹੀ ਸੰਕਟ ਮਹਾਰਾਜ ਨੇ ਅੱਜ ਟਾਲ ਦਿੱਤਾ। ਉਸ ਲੜਕੀ ਦੀ ਇੱਜ਼ਤ ਪੱਤ ਵੀ ਰੱਖੀ ਤੇ ਉਹ ਜਿਹੜਾ ਬਹਾਦਰ ਸ਼ਾਹ ਸੀ ਉਹਨੂੰ ਵੀ ਚੰਗੀ ਮੱਤ ਜਿਹੜੀ ਹੈ ਅੱਜ ਦਿੱਤੀ। ਇਦਾਂ ਮਹਾਰਾਜ ਨੇ ਇੱਕ ਤੀਰ ਦੇ ਨਾਲ ਦੋ ਨਿਸ਼ਾਨੇ ਲਾਏ ਹਨ। ਲੈ ਆਇਸ ਨਿਜ ਸਦਨ ਸਿਧਾਈ। ਇਦਾਂ ਆਗਿਆ ਲੈ ਕਰਕੇ ਮਹਾਰਾਜ ਜੀ ਉਹ ਮੈਂ ਤੇ ਆਪ ਜੀ ਦੀ ਕਿਰਪਾ ਨੂੰ ਜਾਣ ਹੀ ਨਹੀਂ ਸੀ ਸਕੀ ਤੇ ਮਹਾਰਾਜ ਆਪ ਜੀਆਂ ਨੇ ਬੜੀ ਕਿਰਪਾ ਕੀਤੀ, ਦਇਆ ਕੀਤੀ ਆ। ਮੇਰੀ ਇੱਜ਼ਤ ਪੱਤ ਮਹਾਰਾਜ ਰੱਖੀ। ਮੇਰੇ ਮਾਪਿਆਂ ਦੀ ਆਪ ਜੀਆਂ ਨੇ ਸਦਾ ਲਈ ਇੱਜ਼ਤ ਪੱਤ ਰੱਖੀ ਆ, ਕਿਰਪਾ ਕੀਤੀ। ਇਦਾਂ ਆਗਿਆ ਲੈ ਕਰਕੇ ਤੇ ਉਹ ਲੜਕੀ ਆਪਣੇ ਘਰ ਨੂੰ ਜਿਹੜੀ ਹੈ ਉਹ ਚਲੀ ਗਈ ਹੈ। ਗੁਰ ਮਹਿਮਾ ਕੋ ਜਹ ਕਹਿ ਗਾਈ। ਗੁਰੂ ਸਾਹਿਬ ਜੀ ਦੀ ਮਹਿਮਾ ਨੂੰ ਜਿੱਥੇ ਕਿੱਥੇ ਗਾਉਂਦੀ ਜਾ ਰਹੀ ਆ, ਹਰ ਇੱਕ ਨੂੰ ਦੱਸਦੀ ਜਾ ਰਹੀ। ਅੱਜ ਇਦਾਂ ਕਲਗੀਧਰ ਜੀ ਨੇ ਮੇਰੀ ਇੱਜ਼ਤ ਮੇਰੇ ਮਾਪਿਆਂ ਦੀ ਪੱਤ ਰੱਖੀ ਹੈ। ਸੁੰਦਰ ਉਪਬਨ ਮਹਿ ਗੁਰ ਥਿਰੇ। ਤੇ ਜਿਹੜੇ ਸੁੰਦਰ ਬਾਗ ਦੇ ਵਿੱਚ ਕਲਗੀਧਰ ਜੀ ਟਿਕੇ ਹੋਏ ਸਨ ਉਸੇ ਹੀ ਸੁੰਦਰ ਬਾਗ ਦੇ ਵਿੱਚ ਬੈਠੇ ਹੋਏ ਹਨ। ਇਹਨਾਂ ਨੂੰ ਮਹਿਲਾਂ ਦਾ ਜਿਹੜਾ ਸੁੱਖ ਨਹੀਂ ਚੰਗਾ ਲੱਗਦਾ, ਬਾਗ ਦੇ ਵਿੱਚ ਸੁੰਦਰ ਰੁੱਖਾਂ ਦੇ ਥੱਲੇ ਜਿਹੜਾ ਸਕੂਨ ਮਿਲਦਾ ਹੈ, ਇਦਾਂ ਮਹਾਰਾਜ ਜਿਹੜੇ ਨੇ ਉਹ ਬਾਗ ਦੇ ਵਿੱਚ ਸਜੇ ਹੋਏ ਹਨ। ਅਨਕ ਬਿਲਾਸ ਆਨੰਦ ਕੋ ਕਰੇ। ਇਦਾਂ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਆਨੰਦ ਨੂੰ ਦੇਣ ਵਾਲੇ ਕਈ ਕੌਤਕ ਕਰ ਰਹੇ ਹਨ। ਇਦਾਂ ਮਹਾਰਾਜ ਇੱਜ਼ਤਾਂ ਬਚਾ ਰਹੇ ਹਨ, ਨਾਮ ਦੇ ਨਾਲ ਜੋੜ ਰਹੇ ਹਨ। ਬਹਾਦਰ ਸ਼ਾਹ ਨੂੰ ਜਿਹੜੀ ਹੈ ਸ੍ਰੇਸ਼ਟ ਮੱਤ ਦਿੱਤੀ ਹੈ, ਉਹਨਾਂ ਦੀ ਇੱਜ਼ਤ ਬਚਾਈ ਹੈ। ਇਦਾਂ ਕੌਤਕ ਕਰ ਰਹੇ ਨੇ। ਇਤੋਂ ਤੱਕ ਗੁਰਸੰਗਤ ਜੀ ਇਹ ਪ੍ਰਸੰਗ ਆਇਆ ਹੈ। ਸਮਾਪਤੀ ਹੁੰਦੀ ਹੈ ਪ੍ਰਸੰਗ ਦੀ। ਕਥਾ ਵਿਚਾਰ ਕਰਦਿਆਂ ਬੇਅੰਤ ਪ੍ਰਕਾਰ ਦੀਆਂ ਗਲਤੀਆਂ ਹੋ ਜਾਣੀਆਂ ਸੁਭਾਵਿਕ ਹਨ ਜੀ। ਹੋਈਆਂ ਭੁੱਲਾਂ ਚੁੱਕਾਂ ਦੀ ਲੇਖਾ ਕਤ ਹੈ ਨਾ ਛੂਟੀਆ। ਖਿਨ ਖਿਨ ਭੂਲਨ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ ਜੀ ਦੇ ਮਹਾਵਾਕਾਂ ਅਨੁਸਾਰ ਮੁਆਫੀ ਬਖਸ਼ ਦੇਣੀ ਜੀ, ਅਗਾਹਾਂ ਵਾਸਤੇ ਅਸੀਸ ਬਖਸ਼ਣੀ ਜੀ। ਆਓ ਦੋ ਪੰਕਤੀਆਂ ਪੜ੍ਹ ਕਰਕੇ ਇੱਥੇ ਹੀ ਸਮਾਪਤੀ ਹੈ ਜੀ। ਸੁੰਦਰ ਉਪਬਨ ਮਹਿ ਗੁਰ ਥਿਰੇ। ਅਨਕ ਬਿਲਾਸ ਆਨੰਦ ਕੋ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।